ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਸਮ ਮੁਦਤਾ ਨਿਰਦੀਨਤਾ, ਨਿਰਭੈ ਸਹਿਤ ਵਿਚਾਰ। ਕੀਰਤ ਕਥ ਦਰਿਦਰ ਕੀ, ਤਾਂ ਪ੍ਰਤ ਪਰਤ ਉਚਾਰ। ਸਮ ਮੁਦਤਾ ਨਿਰਦੀਨਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 7ਵੇਂ ਅਧਿਆਏ ਦਾ 20ਵਾਂ ਛੰਦ ਅੱਜ ਪੜ੍ਹਨ ਲੱਗੇ ਹਾਂ, ਜੋ ਕਿ ਦੋਹਰੇ ਵਿੱਚ ਸ਼੍ਰੀ ਜੋਗੀ ਰਾਜ ਭਰਤਰੀ ਜੀ ਦੇ ਪ੍ਰਤੀ ਦੂਸਰੇ ਰਾਜੇ ਨੇ ਜਦੋਂ ਬਚਨ ਕੀਤਾ ਕਿ ਰਾਜਨ ਚਿੰਤਾਰੂ ਮਣੀ ਨੂੰ ਛੱਡ ਕੇ, ਭਾਵ ਰਾਜ ਭਾਗ ਨੂੰ ਛੱਡ ਕੇ ਕਿਉਂ ਤੂੰ ਦਰਿਦਰੀ ਕੰਗਾਲੀ ਵਿੱਚ ਰਚ ਗਿਆ। ਪਹਿਲਾ ਰਾਜਾ ਤੇ ਭਰਤਰੀ ਦੇ ਰਾਹੀਂ ਉਪਦੇਸ਼ ਲੈ ਕੇ ਆਪਣੇ ਰਾਜ ਨੂੰ ਭਾਗ ਨੂੰ ਚਲਾ ਗਿਆ ਤੇ ਬੜਾ ਪ੍ਰਸੰਨ ਹੋਇਆ ਹੰਕਾਰ ਨਾਸ ਕਰਕੇ। ਹੁਣ ਇਹਦੇ ਦੂਸਰੇ ਦੇ ਰਾਹੀਂ ਭਰਤਰੀ ਜੀ ਸਿੱਖਿਆ ਦੇ ਕੇ ਤੇ ਇਹਨੂੰ ਵੀ ਨਿਹਾਲ ਕਰਨਗੇ। ਹੁਣ ਦੋਹਰੇ ਵਿੱਚ ਲਿਖਦੇ ਆ ਸਾਮ ਕਈ ਸਮਤਾ, ਭਾਵ ਜਿਹੋ ਜਿਹਾ ਮੈਂ ਉਹੋ ਜਿਹਾ ਉਹ, ਇਹ ਸਮਤਾ ਹੁੰਦੀ ਹੈ। ਇੱਕ ਤਾਂ ਹੁੰਦਾ ਨਾ ਉਹ ਅਮੀਰ ਮੈਂ ਗਰੀਬ, ਉਹ ਮੂਰਖ ਮੈਂ ਸਿਆਣਾ, ਇਹ ਸਮਤਾ ਨਹੀਂ। ਸਮਤਾ ਵੀ ਚਲੋ ਪਰਮੇਸ਼ਰ ਦਾ ਬਣਾਇਆ ਹੋਇਆ ਜੀਵ ਆ, ਜਿਹੋ ਜਿਹਾ ਮੈਂ ਉਹੋ ਜਿਹਾ ਉਹ ਹੈ। ਸਮਤਾ, ਬਰਾਬਰਤਾ, ਸਮਦ੍ਰਿਸ਼ਟੀ। ਮੁਦਤਾ ਕਹੀਏ ਪ੍ਰਸੰਨਤਾ ਨਾਲ, ਨਿਰਦੀਨਤਾ ਕੇ ਦੀਨਤਾ ਤੋਂ ਰਹਿਤ, ਨਿਰਭੈ ਸਹਿਤ ਵਿਚਾਰ ਦੇ ਭੈ ਤੋਂ ਰਹਿਤ ਹੋ ਕਰਕੇ ਫਿਰ ਬੜੀ ਡੂੰਘੀ ਵਿਚਾਰ ਦੇ ਸਹਿਤ, ਬੜੇ ਧਿਆਨ ਦੇ ਨਾਲ। ਕੀਰਤ ਕਰਤ ਦਰਿਦਰ ਕੀ, ਜਿਹੜੀ ਦਰਿਦਰੀ ਦਾ ਉਹਨੇ ਤਾਨਾ ਜਿਹਾ ਮਾਰਿਆ ਵੀ ਕਿਉਂ ਤੁਸੀਂ ਧਾਰਨ ਕੀਤੀ ਆ, ਉਸ ਦਰਿਦਰੀ ਦੀ ਕੀਰਤੀ ਕਰਦੇ ਹੋਏ ਤਾਂ ਪ੍ਰਤ ਭਰਤ ਉਚਾਰ, ਤਾਂ ਪ੍ਰਤ ਕਹੀਏ ਉਸ ਰਾਜੇ ਦੇ ਪ੍ਰਤੀ ਜਿਹੜਾ ਭਰਤਰੀ ਜੀ ਆਪਣੇ ਬਚਨ ਉਚਾਰਨ ਲੱਗੇ, ਉਹਨੂੰ ਫਿਰ ਸਿੱਖਿਆ ਦੇਣ ਲੱਗੇ ਵੀ ਜੇ ਦਰਿਦਰੀ ਨੇ ਤੂੰ ਮਾੜਾ ਕਹਿਣਾ ਆ, ਪਹਿਲਾਂ ਉਹਦੇ ਬਾਰੇ ਸੁਣ ਤਾਂ ਲਾ। ਚੌਪਈ ਬਲ ਕਲ ਕਰ ਹੁਲਾਸ ਹੈ ਹਮਕੋ। ਇਹ ਰਾਜਾ ਸੋਹਣਾ, ਵਲਕਲ ਹੁੰਦਾ ਵਾ ਭੋਜ ਪੱਤਰ। ਬ੍ਰਿਸ਼ ਦੇ ਜਿਹੜੇ ਛਿਲੜਾਂ ਦੇ ਵਸਤਰ ਹੁੰਦੇ ਆ ਨਾ, ਵਲਕਲ ਉਹਨਾਂ ਨੂੰ ਕਿਹਾ ਜਾਂਦਾ। ਬ੍ਰਿਸ਼ਾਂ ਦੇ ਛਿਲੜਾਂ ਦੇ ਵਸਤਰ ਜਾਂ ਭੋਜ ਪੱਥਰ ਹੁੰਦੇ ਆ, ਜਿਹੜੇ ਬੜੇ ਬੜੇ ਤਗੜੇ ਪੱਤੇ ਹੁੰਦੇ ਆ ਅਤੇ ਉਹਨਾਂ ਵਿੱਚ ਭੋਜਨ ਛਕ ਲਈਦਾ ਆ। ਉਹ ਵੱਡੇ ਵੱਡੇ ਪੱਥਰ ਸਰੀਰ ਦੁਆਲੇ ਲਪੇਟੇ ਜਾਂਦੇ ਆ। ਕੇਲੇ ਆਦਿਕ ਦੇ ਜਿਹੜੇ ਵਸਤਰਾਂ ਨਾਲ ਵੀ ਕਈ ਸਾਧੂ ਸਰੀਰ ਢੱਕਦੇ ਆ। ਸਿੱਧਾ ਸਮਝ ਲਓ ਵੀ ਵਲਕਲ ਭਾਵ ਬ੍ਰਿਸ਼ ਦੇ ਜਿਹੜੇ ਛਿੱਲੜ ਆ, ਉਹਨਾਂ ਦੇ ਜਿਹੜੇ ਬਣੇ ਹੋਏ ਵਸਤਰ ਆ। ਰਾਜਾ ਸਾਨੂੰ ਕਹਿੰਦੇ ਹਮਕੋ ਕੇ ਸਾਨੂੰ, ਵਲਕਲ ਦੇ ਜਿਹੜੇ ਵਸਤਰ ਆ, ਭੋਜ ਪੱਤਰ ਆ, ਉਹ ਪੈਣ ਦੇ ਨਾਲ ਹੀ ਹੁਲਾਸ ਕਹੀਏ ਆਨੰਦ ਹੈ। ਠੀਕ ਹੈ। ਬਹੁ ਲਖਮੀ ਕਰ ਮੋਦ ਸੋ ਤੁਮਕੋ, ਤੁਮਕੋ ਕਹੀਏ ਤੇ ਤੈਨੂੰ ਜਿਹੜਾ ਬਹੁਤਾ ਪ੍ਰਕਾਰ ਦੀ ਜਿਹੜੀ ਵਿਭੂਤੀ ਆ, ਲక్ష్ਮੀ ਆ, ਉਹਦੇ ਕਰਕੇ ਮੋਦ ਕਹੀਏ ਆਨੰਦ ਹੈ, ਪ੍ਰਸੰਨਤਾ ਹੈ। ਫਰਕ ਦੱਸ ਲੱਗਿਆ ਵੀ ਤੈਨੂੰ ਕਿੱਦਾਂ ਪ੍ਰਸੰਨਤਾ, ਸਾਨੂੰ ਕਿੱਦਾਂ ਪ੍ਰਸੰਨਤਾ। ਵਲਕਲ ਕਰ ਹੁਲਾਸ ਹੈ ਹਮਕੋ। ਭੋਜ ਪੱਤਰਾਂ ਦੇ ਜਾਂ ਬ੍ਰਿਸ਼ਾਂ ਦੇ ਜਿਹੜੇ ਛਿੱਲੜਾਂ ਦੇ ਵਸਤਰ ਆ, ਵਲਕਲ ਦਾ ਕਹਿੰਦੇ ਉਹ ਹਮਕੋ ਕੀ ਸਾਨੂੰ ਜਾਂ ਮੈਨੂੰ, ਭੋਜ ਪੱਤਰਾਂ ਦੇ ਕੱਪੜੇ ਪਾ ਕੇ। ਵਲਕਲ ਦਾ ਅਰਥ ਇੱਦਾਂ ਜਾਂ ਸਿੱਧਾ ਲਾ ਲੈਣਾ ਵਾ ਵੀ ਵਸਤਰ, ਕਹਿੰਦੇ ਸਾਨੂੰ ਜਿਹੜੇ ਭੋਜ ਪੱਤਰਾਂ ਦੇ ਵਸਤਰ ਆ, ਉਹ ਕੱਪੜੇ ਪਾ ਕੇ ਹੁਲਾਸ ਕੇ ਆਨੰਦ ਹੈ। ਬਹੁ ਲਖਮੀ ਕਰ ਮੋਦ ਸੋ ਤੁਮਕੋ, ਤੇ ਤੈਨੂੰ, ਤੁਮਕੋ ਕਹੀਏ ਤੈਨੂੰ ਜਾਂ ਤੁਹਾਨੂੰ, ਇਹ ਰਾਜਾ ਬਹੁ ਲਖਮੀ ਬਹੁਤੀ ਲక్ష్ਮੀ ਕਰਕੇ ਜਾਂ ਬਹੁਤੀ ਲక్ష్ਮੀ ਕਰਕੇ, ਵਿਭੂਤੀ ਕਰਕੇ, ਪਦਾਰਥਾਂ ਕਰਕੇ, ਮੋਦ ਕਹੀਏ ਆਨੰਦ ਹੈ। ਮੈਂ ਪ੍ਰਸੰਨ ਸੱਤੂ ਸਾਗਦ ਹੈ, ਸਾਗਦ ਹੈ। ਜਿਹੜੇ ਆ ਸੱਤੂ ਹੁੰਦੇ ਆ, ਛੋਲਿਆਂ ਦੇ ਪੀਹ ਪੂ ਕੇ ਬਣਾ ਲਈਦਾ ਭੁੰਨ ਭੁੰਨ ਕੇ। ਫਿਰ ਇਤਿਆਦਿਕ ਜਿਹੜੇ ਕੰਦ ਮੂਲ, ਸਾਗ, ਪੱਤੇ ਪੁੱਤੇ ਹਰਿਆਂ ਦੀ ਸਬਜ਼ੀ ਦੀ, ਪਾਲਕ ਪੂਲਕ ਆਦਿਕ, ਇਹਦੇ ਬਾਰੇ ਕਹਿੰਦੇ। ਸਾਗ ਤੋਂ ਲੈ ਕੇ ਆਦਿ ਕੰਦ ਮੂਲ ਸਾਰਾ ਕੁਝ ਹੀ, ਜੋ ਫਲ ਫਰੂਟ ਆ,
ਜੰਗਲਾਂ ਵਿੱਚ ਹੁੰਦਾ। ਅਤੇ ਕਹਿੰਦੇ ਵੀ ਮੈਂ ਜਿਹੜਾ ਛੋਲਿਆਂ ਨੂੰ ਪੀਹ ਪੂਹ ਕੇ ਬਣਾਇਆ ਹੋਇਆ ਸੱਤੂ ਆ, ਪੁਰਾਣੇ ਜ਼ਮਾਨੇ 'ਚ ਲੋਕ ਸੱਤੂ ਬੜਾ ਖਾਂਦੇ ਹੁੰਦੇ ਸੀ। ਹੁਣ ਤਾਂ ਸਾਨੂੰ ਪਤਾ ਹੀ ਨਹੀਂ ਹੈ, ਨਾ ਸਾਨੂੰ ਹੀ ਪਤਾ, ਨਾ ਆਉਣ ਵਾਲੀ ਪੀੜ੍ਹੀ ਨੂੰ ਤਾਂ ਬਿਲਕੁਲ ਨਹੀਂ ਪਤਾ ਰਹਿਣਾ। ਕਹਿੰਦੇ ਮੈਂ ਸੱਤੂ ਅਤੇ ਸਾਗ ਆਦਿ ਕੰਧ ਮੂਲ ਖਾ ਕੇ ਹੀ ਪ੍ਰਸੰਨ ਰਹਿੰਦਾ ਹਾਂ। ਮੈਂ ਇੱਦਾਂ ਪ੍ਰਸੰਨ ਹਾਂ, ਤੂੰ ਪ੍ਰਸੀਦ ਬਹੁਤ ਵਿਅੰਜਨ ਸਵਾਦ ਹੈ। ਅਤੇ ਬਹੁਤ ਤਰ੍ਹਾਂ ਦੇ ਜਿਹੜੇ ਵਿਅੰਜਨ ਭੋਜਨ ਆ, ਸਵਾਦ ਹੈ ਕਿ ਸਵਾਦੀ ਬਹੁਤ ਤਰ੍ਹਾਂ ਦੇ ਜਿਹੜੇ ਸਵਾਦੀ ਭੋਜਨ ਆ। ਵਿਅੰਜਨ ਦਾ ਅਰਥ ਵੀ ਹੁੰਦਾ ਬਹੁਤ ਤਰ੍ਹਾਂ ਦੇ ਭੋਜਨ, ਬਾਅਦ ਵਿੱਚ ਬਹੁਤ ਤਰ੍ਹਾਂ ਦੀ ਵਰਾਇਟੀਆਂ ਹੋਣ ਉਹਨੂੰ ਵਿਅੰਜਨ ਕਿਹਾ ਜਾਂਦਾ। ਅਤੇ ਵਿਅੰਜਨ ਦਾ ਸਿੱਧਾ ਅਰਥ ਭੋਜਨ ਲਾ ਲੈਣਾ ਆਪਾਂ, ਬਹੁਤ ਦਾ ਅਰਥ ਉੱਤੇ ਲਾ ਲੈਣਾ। ਬਹੁਤੇ ਜਿਹੜੇ ਪ੍ਰਕਾਰ ਦੇ ਭੋਜਨ ਆ, ਸਵਾਦ ਹੈ ਕਿ ਸਵਾਦੀ, ਤੂੰ ਉਹ ਖਾ ਕੇ ਪ੍ਰਸੰਨ ਹੁੰਦਾ ਹੈ। ਵਿਅੰ ਹਰਖ ਖੇਦ ਸੈਲ ਸੈਨ ਕਰ। ਵਿਅੰ ਹਰਖ, ਵਿਅੰਗ ਦਾ ਅਰਥ ਵਿਦਵਾਨ ਕਰਦੇ ਆ ਕਿ ਪੈਦਾ ਹੁੰਦਾ। ਕਹਿੰਦੇ ਮੈਨੂੰ ਪੈਦਾ ਹੁੰਦਾ ਹੈ। ਹਰਖ ਕਹੀਏ ਆਨੰਦ ਜਾਂ ਖੁਸ਼ੀ। ਖੇਤ ਧਰਤੀ ਦੀ ਜਿਹੜੀ ਸੇਜਾ ਕਰਕੇ, ਅਤੇ ਸੈਲ ਕਹੀਏ ਪਹਾੜ ਦੀ ਸੇਜਾ ਕਰਕੇ, ਉੱਪਰ ਸੈਨ ਕੇ ਸੌਂ ਕਰਕੇ। ਕਹਿੰਦੇ ਮੈਨੂੰ ਧਰਤੀ ਜਾਂ ਪਹਾੜ ਉੱਤੇ ਸੈਨ ਕਰਕੇ, ਸੌਣ ਕਰਕੇ ਹਰਖ ਹੁੰਦਾ, ਆਨੰਦ ਹੁੰਦਾ ਜਾਂ ਖੁਸ਼ੀ ਹੁੰਦੀ ਆ। ਯੁਯੰ ਤੁਸ਼ਟ ਦੁਆਰ ਦੁਰਦ ਖਾਟ ਪਰ। ਇਹ ਯੁਯੰ ਪਾਠ ਹੀ ਕਰਨਾ। ਯੁਯੰ ਤੁਸ਼ਟ ਦਾ ਅਰਥ ਹੁੰਦਾ ਪ੍ਰਸੰਨ। ਯੁਯੰ ਦਾ ਅਰਥ ਹੁੰਦਾ ਹੈ। ਕਹਿੰਦੇ ਤੂੰ ਦੁਰਦ ਨਾਮ ਦੋ ਰਾਜ ਦੇ ਦੰਦਾਂ ਵਾਲਾ, ਭਾਵ ਹਾਥੀ ਦੇ ਜਿਹੜੇ ਖਾਟ ਕਹੀਏ ਪਲੰਘ ਆ, ਉਹਦੇ ਪਲੰਘ ਉੱਤੇ ਸੌਂ ਕਰਕੇ ਜਿਹੜਾ ਤੁਸ਼ਟ ਕਹੀਏ ਪ੍ਰਸੰਨ, ਯੁਯੰ ਕਹੀਏ ਹੁੰਦਾ ਹੈ। ਆ ਗਈ ਨਾ ਸਮਝ ਜੀ। ਯੁਯੰ ਤੁਸ਼ਟ ਦੋਹ ਦਰਦ ਖਾਟ ਪਰ। ਜਾਂ ਇੱਦਾਂ ਵੀ ਅਰਥ ਕਰ ਲੈਂਦੇ ਆ ਵੀ ਤੈਨੂੰ ਜਿਹੜਾ ਆਨੰਦ ਆ ਉਹ ਦੰਦ ਖੰਡ, ਖਾਟ ਦਾ ਅਰਥ ਲਾਉਂਦੇ ਖੰਡ ਦੇ ਇਹ ਰੇਸ਼ਮੀ ਪਲੰਘਾਂ ਦੇ ਵਿੱਚ। ਖਾਟ ਦਾ ਅਰਥ ਉਹੀ ਆ, ਇਹ ਆਪਣਾ ਪਲੰਘ, ਉਹਦੇ 'ਤੇ ਕਹਿੰਦੇ ਸੌਣ ਕਰਕੇ ਖੁਸ਼ੀ ਹੁੰਦੀ ਆ। ਠੀਕ ਹੈ ਜੀ। ਇੱਥੇ ਜਿਹੜਾ ਪਾਠ ਕੀਤਾ ਵਾ ਦੁਰਦ ਦਾ ਵੀ ਹਾਥੀ ਦੰਦ, ਪਰ ਸਹੀ ਪਾਠ ਜਿਹੜਾ ਰਹਿੰਦਾ ਨਾ ਉਹ ਬਣਦਾ ਵਾ, ਜੇ ਵੇਖਿਆ ਜਾਵੇ ਤਾਂ ਦੰਦੇ ਸਿਹਾਰੀ, ਪੈਰ 'ਚ ਬਾਵਾ ਦਵੈ ਅਤੇ ਅੱਗੇ ਰਦ, ਦਵੈ ਰਦ ਖਾਟ ਪਰ। ਦੋ ਰਦ ਕੇ ਦੰਦਾਂ ਵਾਲਾ, ਭਾਵ ਜੋ ਹਾਥੀ ਆ, ਹਾਥੀ ਦੇ ਖਾਟ ਕੇ ਪਲੰਘ ਦੇ ਉੱਪਰ। ਠੀਕ ਹੈ ਜੀ। ਦੁਆਰ ਦਰਦ ਦਾ ਅਰਥ ਦੁਰਦ ਨਾਮ ਹੁੰਦਾ ਦੋ ਰਦ ਕਹੀਏ ਦੰਦ, ਜਿਹਦੇ ਦੋ ਦੰਦ ਆ, ਦੁਆਰ ਕਹੀਏ ਉਹ ਹਾਥੀ ਆ। ਹਾਥੀ ਫਿਰ ਭਾਵ ਅਰਥ ਇੱਦਾਂ ਲੱਗੂਗਾ। ਯੁਯੰ ਤੁਸ਼ਟ ਕਹਿੰਦੇ ਪੈਦਾ ਹੁੰਦਾ, ਤੁਸ਼ਟ ਕਹੀਏ ਤੈਨੂੰ ਆਨੰਦ ਜਾਂ ਤੂੰ ਪ੍ਰਸੰਨ ਹੁੰਦਾ ਹੈ। ਤੁਸ਼ਟ ਨਾ ਪ੍ਰਸੰਨ ਦਾ, ਯੁਯੰ ਹੁੰਦੇ ਦਾ ਹੁੰਦਾ ਹੈ ਪ੍ਰਸੰਨ। ਦਵੈ ਰਦ ਖਾਟ ਪਰ। ਪਹਿਲਾ ਪਾਠ 13 ਦੰਦੇ ਸਿਹਾਰੀ ਪੈ ਜਵਾ ਦਵੈ, ਭਾਵ ਦੋ ਰਦ ਨਾਮ ਦੰਦ, ਦੋ ਦੰਦਾਂ ਦੇ ਖਾਟ ਕਹੀਏ ਪਲੰਘ ਉੱਪਰ, ਭਾਵ ਜੋ ਦੋ ਦੰਦਾਂ ਵਾਲਾ ਉਹ ਕੀ ਹਾਥੀ ਹੈ। ਹਾਥੀ ਦੇ ਜਿਹੜੇ ਬਣੇ ਦੰਦਾਂ ਦੇ ਇਹ ਪਲੰਘ ਉੱਪਰ। ਅਤੇ ਜਿਹੜਾ ਇੱਥੇ ਲਿਖਿਆ ਪਾਠ ਹੋਏ ਇਵੇਂ ਆ, ਯੁਯੰ ਤੁਸ਼ਟ ਦੁਆਰ ਦੁਰਦ ਖਾਟ ਪਰ। ਅਤੇ ਦੁਆਰ ਦਾ ਅਰਥ ਲਿਖਿਆ ਹਾਥੀ, ਅਤੇ ਦੁਰਦ ਦਾ ਅਰਥ ਦੰਦ, ਪਰ ਦੋ ਦੰਦ।
ਜੇ ਹਾਥੀ ਦੇ 2 ਦੰਦ ਹੁੰਦੇ ਆ ਤੇ ਉਹ 2 ਦੰਦਾਂ ਦੇ ਪਲੰਘ ਉੱਪਰ, ਹਾਥੀ ਦੇ ਜਿਹੜੇ ਦੰਦਾਂ ਦੇ ਪਲੰਘ ਉੱਤੇ ਸੌਂ ਕਰਕੇ ਤੂੰ ਪ੍ਰਸੰਨ ਹੁੰਦਾ ਵਾ, ਸਿੱਧਾ ਜਿਹਾ ਅਰਥ ਹੈ। ਠੀਕ ਹੈ ਜੀ। ਤੇ ਨਾ ਬਹੁਤਾ ਖਲਾਰਾ ਪਾਉਣ ਦੀ ਲੋੜ ਨਹੀਂ ਹੈ। ਯੁਜਨ ਤੁਸ਼ਟ ਦੁਰਦ ਖਾਟ ਪਰ ਭਾਵ ਯੁਜਨ ਨਾ ਪੈਦਾ ਹੁੰਦਾ ਹੈ, ਤੁਸ਼ਟ ਗਈ ਇਹ ਪ੍ਰਸੰਨ। ਤੋ ਯੁਜਨ ਨਾ ਹੁੰਦੇ ਦਾ ਹੁੰਦਾ ਹੈ, ਤੁਸ਼ਟ ਗਈ ਪ੍ਰਸੰਨ ਭਾਵ ਤੂੰ ਪ੍ਰਸੰਨ ਹੁੰਦਾ ਹੈ ਰਾਜਾ। ਦੌਰ ਗਈ ਹਾਥੀ ਦੇ ਦੁੱਧ ਗਏ ਦੰਦਾਂ ਦੇ ਖਾਟ ਗਏ ਪਲੰਘ ਭਰ ਕੇ ਉੱਪਰ, ਉਹਦੇ ਉੱਪਰ ਸੌਂ ਕੇ ਤੂੰ ਹੁੰਦਾ। ਅਤੇ ਅਸੀਂ ਧਰਤੀ ਦੇ ਅਤੇ ਜਾਂ ਪਹਾੜ ਦੀ ਸਿਲਾ ਦੇ ਉੱਪਰ ਸੌਂ ਕੇ ਜਿਹੜੇ ਖੁਸ਼ ਹੁੰਦੇ ਹਾਂ। ਸ਼ਾਂਤ ਤ੍ਰਿਆ ਯੁਤ ਮਮ ਸੰਤੋਖਾ, ਸ਼ਾਂਤੀ ਰੂਪ ਤ੍ਰਿਆ ਦੇ ਸਹਿਤ ਕਹਿੰਦੇ ਮੈਨੂੰ ਸੰਤੋਖ ਆ। ਸੁੰਦਰ ਨਾਰਨ ਕਰ ਤਵ ਕੋਖਾਂ, ਅਤੇ ਤਵ ਕਹੀਏ ਤੈਨੂੰ ਜਿਹੜੀਆਂ ਸੁੰਦਰ ਸੁੰਦਰ ਇਸਤਰੀਆਂ ਆ ਉਹਨਾਂ ਕਰਕੇ ਇਹ ਕੋਖਾ ਕਹੀਏ ਆਨੰਦ ਆ। ਹਾਂਜੀ, ਨਾਰਨ ਕਹੀਏ ਬਹੁਤੀਆਂ ਇਸਤਰੀਆਂ ਜਿਹੜੀਆਂ ਸੁੰਦਰ, ਨਾਰਨ ਭਾਵ ਇਸਤਰੀਆਂ, ਸੁੰਦਰ ਇਸਤਰੀਆਂ ਕਰਕੇ ਤਵ ਕਹੀਏ ਤੈਨੂੰ ਜਿਹੜਾ ਪੋਖਾ ਕਹੀਏ ਆਨੰਦ ਹੈ, ਅਤੇ ਪੋਖਾ ਕਹੀਏ ਤੂੰ ਭਰਦਾ ਹੈ। ਆਨੰਦ ਇਸਤਰੀਆਂ ਦੀ ਆਨੰਦ ਕਰਕੇ ਤੂੰ ਪੋਖਾ ਕਹੀਏ ਪਾਲਦਾ ਹੈ। ਅਤੇ ਅਸੀਂ ਸ਼ਾਂਤੀ ਰੂਪ ਇਸਤਰੀ ਦੇ ਸਹਿਤ ਹੋ ਕੇ ਸੰਤੋਖਾ ਕਹੀਏ ਸੰਤੋਖੀ ਰਹਿੰਦੇ ਹਾਂ, ਸਾਨੂੰ ਸੰਤੋਖ ਆ। ਤੈਨੂੰ ਬਹੁਤੀਆਂ ਦੀ ਸੰਤੋਖ ਨਹੀਂ, ਸਾਨੂੰ ਇੱਕੋ ਸ਼ਾਂਤੀ ਜਿਹੜੀ ਇਹ ਸਾਡੇ ਕੋਲ ਇਸਤਰੀ ਇਹਦੇ ਵਿੱਚ ਸੰਤੋਖ ਆ। ਹਾਂਜੀ, ਨਿਰਬਤ ਤ੍ਰਿਪਤਤਾ ਜੋ ਜਨ ਗ੍ਰਾਮ ਹੈ। हे राजन, ਜੋ ਤ੍ਰਿਪਤਤਾ ਕੀ ਤ੍ਰਿਪਤੀ ਹੈ, ਜੋ ਤ੍ਰਿਪਤੀ ਹੈ ਉਹ ਸਾਰਿਆਂ ਪੁਰਸ਼ਾਂ ਵਿੱਚ ਇੱਕ ਬਰਾਬਰ ਹੀ ਹੈ। ਜੋ ਜਾਨ ਕਹੀਏ ਪੁਰਸ਼ ਗ੍ਰਾਮੇ ਕਹੀਏ ਸਮੂਹ, ਸਾਰੇ ਪੁਰਸ਼ਾਂ ਦੇ ਵਿੱਚ ਜੋ ਤ੍ਰਿਪਤਤਾ ਤ੍ਰਿਪਤੀ ਆ, ਨਿਰਬਤ ਕਹੀਏ हे ਰਾਜਨ ਉਹ ਇੱਕ ਸਾਰੀ ਆ, ਬਰਾਬਰ ਹੀ ਆ। ਉਸ ਵਿੱਚ ਕਹਿੰਦੇ ਆ ਕਿੰਚਿਤ ਤਾਰ ਤਮੰ ਨਹੀਂ ਤਾਂ ਮੈਂ, ਤਾਰ ਦਾ ਅਰਥ ਘਾਟ, ਤਮ ਦਾ ਅਰਥ ਵਾਦ। ਉਸ ਦੇ ਵਿੱਚ ਰੱਤੀ ਜਿੰਨਾ ਵੀ ਘਾਟਵਾਦ ਨਹੀਂ, ਤਾਂ ਮੈਂ ਕਹੀਏ ਉਸ ਵਿੱਚ ਤ੍ਰਿਪਤਤਾ ਜਿਹੜੀ ਆ ਉਹ ਬਰਾਬਰ ਹੈ ਕਹਿੰਦੇ ਸਾਰੇ ਪੁਰਸ਼ਾਂ ਵਿੱਚ ਰਾਜਾ। ਅਤੇ ਤਾਂ ਮੈਂ ਕਹੀਏ ਉਸ ਤ੍ਰਿਪਤਤਾ ਵਿੱਚ ਕਿੰਚਿਤ ਥੋੜ੍ਹੀ ਜਿੰਨੀ ਵੀ ਤਾਰ ਘਾਟ ਤਮੁ ਕਹੀਏ ਵਾਦ ਨਹੀਂ ਹੈ, ਘਾਟਵਾਦ ਕੋਈ ਨਹੀਂ ਹੈ। ਪੁਨ੍ਹਾ ਦਰਿਦਰੀ ਭਵਤ ਵਹੀ ਨਰ, ਪੁਨ੍ਹਾ ਕਹੀਏ ਫਿਰ ਉਹੀ ਪੁਰਸ਼ ਕੰਗਾਲ ਹੁੰਦਾ ਹੈ। ਵਹੀ ਨਰ ਭਾਵ ਉਹੀ ਪੁਰਸ਼ ਦਰਿਦਰੀ ਕਹੀਏ ਕੰਗਾਲ ਭਵਤ ਕਹੀਏ ਹੁੰਦਾ ਹੈ। ਹਿਰਦੇ ਸੋ ਜਾਸ ਪ੍ਰਕਾਸ਼ ਆਸ ਤਰ, ਜਿਸ ਜਾਸ ਕਹੀਏ ਜਿਸ ਦੇ ਹਿਰਦੇ ਵਿੱਚ ਆਸ ਜਾਂ ਇੱਛਾ ਰੂਪ ਦਰਖਤ ਪ੍ਰਕਾਸ਼ਿਆ ਹੈ, ਉਹ ਕਿਹਾ ਹੈ। ਉਹੀ ਕਹਿੰਦੇ ਦਰਿਦਰੀ ਪੁਰਸ਼, ਉਹੀ ਨਰ ਪੁਰਸ਼ ਦਰਿਦਰੀ ਹੁੰਦਾ ਵਾ ਜਾਸ ਕਹੀਏ ਜਿਸ ਦੇ ਹਿਰਦੇ ਰੂਪੀ ਹਿਰਦੇ ਦੇ ਵਿੱਚ ਆਸਾ ਰੂਪ ਜਾਂ ਇੱਛਾ ਰੂਪੀ ਤਾਰ ਕਹੀਏ ਬ੍ਰਿਛ ਪ੍ਰਕਾਸ਼ ਦਾ ਉਗਦਾ ਹੈ। ਜਿਹਨੂੰ ਭਾਵ ਆਸਾ ਲੱਗੀ, ਇੱਛਾ ਲੱਗੀ ਮੈਂ ਦਰਿਦਰੀ ਹੋ ਕੇ ਤੇ ਕੋਈ ਬੰਦਗੀ ਕਰਾਂ, ਉਹਦੇ ਹੀ ਇਹ ਪ੍ਰਕਾਸ਼ ਹੋਊਗਾ ਨਾ ਬ੍ਰਿਛ ਦਰਿਦਰੀ ਰੂਪੀ। ਅਤੇ ਹੁਣ ਸਾਰਿਆਂ ਨੂੰ ਤਾਂ ਅਮੀਰ ਹੋਣ ਦੀ ਇੱਛਾ ਹੁੰਦੀ ਆ, ਗਰੀਬੀ ਵੱਲ ਕੋਈ ਨਹੀਂ ਆਉਂਦਾ, ਇਸ ਕਰਕੇ ਕਹਿ ਰਹੇ ਆ। ਠੀਕ ਆ, ਕਿ ਜਿਹਦੇ ਹਿਰਦੇ ਵਿੱਚ ਆਸਾ ਰੂਪੀ ਜਾਂ ਇੱਛਾ ਰੂਪੀ ਬ੍ਰਿਛ ਪੈਦਾ ਹੁੰਦਾ ਨਾ ਵੀ ਮੈਂ ਬੰਦਗੀ ਕਰਨੀ ਕੰਗਲਾ ਕੰਗਾਲ ਬਣ ਕੇ ਦਰਿਦਰੀ ਹੋ ਕੇ ਭਲਾ ਮਾਨਸ ਬਣ ਕੇ, ਉਹਦੇ ਅੰਦਰ ਹੀ ਬ੍ਰਿਛ ਪ੍ਰਕਾਸ਼ ਹੁੰਦਾ ਵਾ। ਤੇਰੇ ਕਿਉਂ ਨਹੀਂ ਹੋ ਗਿਆ ਦੱਸ। ਭੂਪਤ ਚਿੱਤ ਪ੍ਰਾਂਤ ਸੱਟੈ ਜਾ ਵਹੀ, ਇਹ ਪਾਠ ਗਲਤ ਆ, ਪਾਠ ਸ਼ੁੱਧ ਨਹੀਂ ਆ। ਭੂਪਤ ਚਿੱਤ ਪਰਤੁਸ਼ਟੇ ਜਵਹੀ, ਇੱਦਾਂ ਪਾਠ ਲਾਉਣਾ। ਇਹ ਰਾਜਾ ਜਿਸ ਪੁਰਸ਼ ਦਾ ਆਪਣਾ ਮਨ ਆਨੰਦ ਵਿੱਚ ਹੋਵੇ, ਉਹ ਤਨ ਮੰਤਰ ਰੰਗ ਕੋ ਤਬ ਹੀ,
ਇਸ ਪੁਰਸ਼ ਨੂੰ ਧਨੀ ਕੋਕਰੀ ਕੌਣ ਆ ਅਤੇ ਕੰਗਾਲ ਰੰਗ ਦੇ ਕੰਗਾਲ ਕੌਣ ਆ। ਉਦੋਂ ਹੈ ਮੋਹ ਮਨ ਅਬ ਸੰਤੁਸ਼ਟ ਪਾਇਓ, ਕਹਿੰਦੇ ਮੇਰਾ ਮਨ ਇਸ ਪ੍ਰਕਾਰ ਹੋ ਅਬ ਕਹੀਏ ਹੁਣ ਸੰਤੁਸ਼ਟ ਹੋਇਆ, ਪ੍ਰਸੰਨ ਹੋਇਆ ਹੈ। ਨਾਹੀਂ ਦਰਿਦਰੀ ਧਨੀ ਨਿਹਾਰਤ, ਕਿਸੇ ਨੂੰ ਵੀ ਧਨੀ ਨਹੀਂ ਜਾਣਦਾ ਮੈਂ ਤੇ ਕੰਗਾਲ ਨਹੀਂ ਜਾਣਦਾ। ਆਪਣੇ ਆਨੰਦ ਕਰਕੇ ਆਨੰਦਿਤ ਹਾਂ, ਕਿਉਂਕਿ ਗੁਰੂ ਮਹਾਰਾਜ ਬਚਨ ਵੀ ਹੈ, ਮਨ ਆਪਣੇ ਤੇ ਬੁਰਾ ਮਿਟਾਨਾ, ਵੇਖੈ ਸਗਲ ਸ੍ਰੇਸ਼ਟ ਸਾਜਨਾ। ਸਾਜਨ ਸੱਜਣ ਕਰਕੇ ਵੇਖਦਾ, ਮੇਰੇ ਮਨ 'ਚ ਕੋਈ ਦੁਬਿਧਾ ਦਵੈਸ਼ ਨਹੀਂ ਹੈ। ਭੂਪਤ ਚਿੱਤ ਪ੍ਰਤੁਸ਼ਟੇ ਜਬ ਹੀ, ਇਹ ਰਾਜਾ ਸੋਹਣਾ ਜਦੋਂ ਚਿੱਤ ਵਿੱਚ ਤੁਸ਼ਟਤਾ ਕਹੀਏ, ਇਹ ਆਨੰਦ ਹੁੰਦਾ ਹੈ। ਹਾਂਜੀ, ਜਬ ਹੀ ਕਹੀਏ ਜਦੋਂ ਭੂਪਤ ਚਿੱਤ ਵਿੱਚ ਪਰ ਕਹੀਏ ਵਿਸ਼ੇਸ਼ ਕਰਕੇ ਤੁਸ਼ਟੇ ਕਹੀਏ ਪ੍ਰਸੰਨਤਾ ਹੁੰਦੀ ਹੈ। ਪ੍ਰਸੰਨਤਾ ਜਾਂ ਤੁਸ਼ਟੇ ਕਹੀਏ ਆਨੰਦ ਨੂੰ ਪਾ ਲਵੇ ਮਨੁੱਖ, ਉਹ ਧਨਵੰਤ ਰੰਗ ਕੋ ਤਬ ਹੀ ਕਹੀਏ ਤਦੋਂ। ਫਿਰ ਜਿਹੜਾ ਕੌਣ ਧਨਵੰਤ ਧਨ ਵਾਲਾ ਅਤੇ ਕੌਣ ਕੰਗਾਲ ਪ੍ਰਤੀਤ ਹੁੰਦਾ, ਕੋਈ ਨਹੀਂ ਹੁੰਦਾ। ਮੋਹ ਮਨ ਅਬ ਸੰਤੁਸ਼ਟ ਭਇਓ, ਅਤਿਸ਼ੈ ਕਰਕੇ ਕਹਿੰਦਾ ਮੇਰਾ ਮਨ ਤੇ ਸੰਤੁਸ਼ਟ ਹੋਇਆ ਹੁਣ ਅਤੇ ਪ੍ਰਸੰਨ ਹੋ ਗਿਆ। ਨਾ ਹੀ ਦਰਿਦਰੀ ਧਨੀ ਨਿਹਾਰਤ, ਇਸ ਕਰਕੇ ਕਹਿੰਦੇ ਮੈਂ ਧਨੀ ਅਤੇ ਦਰਿਦਰੀ ਨੂੰ ਨਿਹਾਰਦਾ ਕਿ ਵੇਖਦਾ ਨਹੀਂ ਹਾਂ ਵੀ ਧਨੀ ਕੌਣ ਅਤੇ ਦਰਿਦਰੀ ਕੌਣ। ਮੌਜ ਨਾਲ ਚੱਲਦੇ ਹਾਂ, ਸਮਦਰਸ਼ੀ ਹੋ ਕੇ ਚੱਲਦੇ ਹਾਂ। ਭੇਦ ਭਾਵ ਸਗਲ ਅਬਨਾਸਿਓ ਏਕ, ਹੁਣ ਸਾਰਾ ਕਹਿੰਦੇ ਭੇਦ ਭਾਵ ਨਾਸ ਹੋ ਗਿਆ ਹੈ। ਬ੍ਰਹਮ ਔਰ ਮਾਹੇ ਏਕ ਬ੍ਰਹਮ ਔਰ ਮਾਹੇ ਪ੍ਰਕਾਸ਼ਿਓ, ਅਰਥ ਵਾਸਤੇ ਭੇਦ ਭਾਵ ਸਗਲ ਅਬਨਾਸਿਓ ਏਕ ਬ੍ਰਹਮ ਔਰ ਮਾਹੇ ਪ੍ਰਕਾਸ਼ਿਓ, ਪਰਮਾਨੰਦ ਬ੍ਰਹਮ ਹੈ ਜੋਰਾ। ਭੇਦ ਭਾਵ ਸਗਲ ਅਬਨਾਸਿਓ, ਇੱਥੇ ਵਿਸ਼ਰਾਮ ਲਾ ਲਿਓ, ਅਰਥ ਵਾਸਤੇ ਸਹੀ ਹੈ। ਕਹਿੰਦੇ ਜਿਹੜਾ ਭੇਦ ਭਾਵ ਉੱਚਾ ਨੀਵਾਂ ਮਾੜਾ ਚੰਗਾ ਦਿਸਦਾ ਸੀ, ਇਹ ਸਾਰਾ ਹੁਣ ਭੇਦ ਭਾਵ ਜਾਂ ਫਰਕ ਵਾਲਾ ਭਾਵ ਦ੍ਰਿਸ਼ਟੀ ਨਾਸ ਹੋ ਗਈ, ਨਾਸ ਹੋ ਗਿਆ। ਇੱਕ ਬ੍ਰਹਮ ਔਰ ਮਾਹੇ ਪ੍ਰਕਾਸ਼, ਹਿਰਦੇ ਵਿੱਚ ਔਰ ਮਾਹੇ ਦੇ ਹਿਰਦੇ ਵਿੱਚ ਇੱਕ ਬ੍ਰਾਹਮੀ ਜਿਹੜਾ ਉਹਦਾ ਹੀ ਪ੍ਰਕਾਸ਼ ਹੋ ਗਿਆ, ਉਹੀ ਪ੍ਰਕਾਸ਼ ਰਿਹਾ ਹੈ। ਪਰਮਾਨੰਦ ਬ੍ਰਹਮ ਮੈਂ ਜੋਰਾ, ਅਤੇ ਆਪਣਾ ਮਨ ਜਿਹੜਾ ਕਹਿੰਦੇ ਪਰਮਾਨੰਦ ਬ੍ਰਹਮ ਆਨੰਦ ਦੇ ਵਿੱਚ, ਆਨੰਦ ਸਰੂਪ ਬ੍ਰਹਮ ਵਿੱਚ ਹੀ ਜੋ ਪਰਮਾਨੰਦ ਦਾ ਸਹਾਈ ਹੈ ਬ੍ਰਹਮ, ਆ ਜੋ ਪਰਮਾਨੰਦ ਸਰੂਪ ਬ੍ਰਹਮ ਹੈ ਉਹਦੇ ਵਿੱਚ ਹੀ ਮੈਂ ਜੋੜਿਆ ਹੋਇਆ ਆਪਣਾ ਮਨ। ਪਰਮਾਨੰਦ ਭਇਓ ਮਨ ਮੋਰਾ, ਅਤੇ ਮੇਰਾ ਜਿਹੜਾ ਮਨ ਹੈ ਇਸ ਲਈ ਹੁਣ ਮੇਰਾ ਮਨ ਵੀ ਕਹਿੰਦੇ ਪਰਮਾਨੰਦ ਰੂਪ ਹੀ ਹੋ ਗਿਆ, ਭਾਵ ਬ੍ਰਹਮ ਸਰੂਪ ਹੀ ਹੋ ਗਿਆ। ਕਿਉਂਕਿ ਮਹਾਰਾਜ ਦਾ ਬਚਨ ਹੈ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ ਮਨ ਹਰਜੀ ਤੇਰੇ ਨਾਲ ਹੈ। ਠੀਕ ਹੈ, ਕਹਿੰਦੇ ਵੀ ਹੁਣ ਮੈਂ ਤੇ ਮੇਰੇ ਅੰਦਰੋਂ ਭੇਦ ਭਾਵ ਨਾਸ ਹੋ ਗਿਆ, ਉੱਚਾ ਨੀਵਾਂ ਅਗਰ ਮੈਂ ਦੇਖਦਾ ਨਹੀਂ ਹਾਂ। ਇੱਕ ਬ੍ਰਹਮ ਸਰੂਪ ਹੀ ਸਾਰੇ ਨਜ਼ਰ ਆਉਂਦਾ ਮੈਨੂੰ, ਇੱਕ ਬ੍ਰਹਮ ਔਰ ਮਾਹੇ ਪ੍ਰਕਾਸ਼, ਹਿਰਦੇ ਵਿੱਚ ਬ੍ਰਹਮ ਦਾ ਪ੍ਰਕਾਸ਼ ਹੋ ਗਿਆ ਅਤੇ ਇੱਕ ਬ੍ਰਹਮ ਸਰੂਪ ਹੀ ਸਾਰਿਆਂ ਨੂੰ ਜਾਣਦਾ। ਤੁਝ ਬਿਨ ਦੂਜਾ ਨਾ ਹੀ ਕੋਇ, ਤੂੰ ਕਰਤਾਰ ਕਰੇ ਸੋ ਹੋਏ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨਾਂ ਨਹੀਂ ਕੋਈ, ਇਹ ਹੁਣ ਦ੍ਰਿਸ਼ਟੀ ਹੋ ਗਈ। ਅਤੇ ਤੇਰੇ ਮਨ ਦੇ ਸਾਰੇ ਬ੍ਰਹਮ ਅਤੇ ਮੰਨ ਲਓ ਵੀ ਪ੍ਰੇਸ਼ਣੀ ਰਾਜਾ ਕਰ ਲੱਗਾ, ਕਹਿੰਦਾ ਵੀ ਮਨ ਦੇ ਸਾਰੇ ਬ੍ਰਹਮ, ਤੇਰੇ ਮਨ ਦੇ ਸਾਰੇ ਬ੍ਰਹਮ, ਤੇਰੇ ਮਨ ਵਿੱਚ ਸਾਰੇ ਬ੍ਰਹਮ ਕਿਸ ਤਰ੍ਹਾਂ ਨਜ਼ਰ ਆਉਣ ਲੱਗਿਆ। ਅਤੇ ਉੱਤਰ ਦਿੱਤਾ ਵਾ ਕਹਿੰਦੇ ਸਰਬ ਕਾ ਜੋ ਪ੍ਰਕਾਸ਼ ਆ, ਵਿਆਪਕ ਆਨੰਦ ਸਰੂਪ ਆ, ਜੋ ਆਤਮਾ ਆ, ਉਹਦੇ ਵਿੱਚ ਜਦੋਂ ਮਨ ਨੂੰ ਜੋੜਿਆ ਮੈਂ, ਤਾਂ ਮੇਰਾ ਮਨ ਕਹਿੰਦੇ ਆਪ ਹੀ ਪਰਮਾਨੰਦ ਰੂਪ ਹੋ ਜਾਣ ਲੱਗਿਆ। ਅਤੇ ਮੈਨੂੰ ਪਤਾ ਲੱਗ ਗਿਆ ਵੀ ਇੱਥੇ ਦੂਜਾ ਜੇ ਕੋਈ ਹੈ ਹੀ ਨਹੀਂ, ਪਰਮਾਨੰਦ ਬ੍ਰਹਮ ਮੈਂ ਜੋਰਾ। ਮੈਂ ਆਪਣਾ ਮਨ ਜਿਹੜਾ ਕਹਿੰਦੇ ਪਰਮਾਨੰਦ ਸਰੂਪ ਬ੍ਰਹਮ ਵਿੱਚ ਜੋੜਿਆ ਅਤੇ ਪਰਮਾਨੰਦ ਭਇਓ ਮਨ ਮੋਰਾ। ਫਿਰ ਪਤਾ ਲੱਗਾ ਵੀ ਨਹੀਂ, ਦੂਜਾ ਤੇ ਕੋਈ ਹੈ ਹੀ ਨਹੀਂ, ਉਹੀ ਹੈ। ਕਹਿੰਦੇ ਮੇਰਾ ਮਨ ਪਰਮਾਨੰਦ ਰੂਪ ਹੀ ਹੋ ਗਿਆ, ਭਾਵ ਮਨ ਤੇ ਰਿਹਾ ਹੀ ਕੋਈ ਨਾ, ਕਿਉਂਕਿ ਜਿੱਥੇ ਮਨ ਹੈ ਉੱਥੇ ਤੇ ਜ਼ਿਆਦਾ, ਉੱਥੇ ਤੇ ਸੰਕਲਪ ਵਿਕਲਪ ਹੈ ਹੀ ਹੈ, ਉੱਥੇ ਤੇ ਸਾਰਾ ਸੰਕਲਪ ਵਿਕਲਪ ਹੀ ਆ। ਅਤੇ ਪਰਮਾਨੰਦ ਵਿੱਚ ਕਹਿੰਦੇ ਮੈਂ ਮਨ ਜੋੜਿਆ ਅਤੇ ਪਰਮਾਨੰਦ ਰੂਪ ਮੇਰਾ ਮਨ ਹੋ ਗਿਆ। ਬ੍ਰਹਮਾਕਾਰ ਭਇਓ ਮਨ ਜਾਂਦੇ,
ਜਾਂ ਤੇ ਕਹੀਏ ਜਿਸ ਕਰਕੇ, ਜਿਸ ਜਾਂ ਤੇ ਭਾਵ ਜਾਂ ਤੇ ਜਿਸ ਕਰਕੇ ਬ੍ਰਹਮ ਆਕਾਰ ਨਾਲ ਸਰੂਪ ਦਾ ਹੁੰਦਾ। ਕਹਿੰਦੇ ਜਿਸ ਕਰਕੇ ਮੇਰਾ ਮਨ ਬ੍ਰਹਮ ਸਰੂਪ ਹੋਇਆ ਹੈ। ਬ੍ਰਹਮ ਆਕਾਰ ਲਖੋ ਭਾਵ ਤਾਂ ਤੇ ਇਸੇ ਕਰਕੇ ਮੈਂ ਬ੍ਰਹਮ ਸਰੂਪ ਹੀ ਭਾਵ ਕਹੀਏ ਸੰਸਾਰ ਨੂੰ ਲਖੋ ਕਹੀਏ ਜਾਣਿਆ ਹੈ। ਜਾ ਤੇ ਤਾ ਤੇ ਜਾ ਦੇ ਅਰਥ ਹੁੰਦਾ ਜਿਸ ਕਰਕੇ। ਬ੍ਰਹਮਾ ਇੱਥੇ ਬਿੰਦੀ ਲਾਈ ਹੈ ਜਾਂ ਪਾਠ ਤੇ, ਜੇ ਬਿੰਦੀ ਨਾ ਹੋਵੇ ਤੇ ਫਿਰ ਤੇ ਇਹਦਾ ਅਰਥ ਇਹ ਬਣੂਗਾ ਵੀ ਜਿਸ ਕਰਕੇ ਮੇਰਾ ਮਨ ਬ੍ਰਹਮ ਸਰੂਪ ਹੋਇਆ ਹੈ ਤੇ ਬ੍ਰਹਮ ਆਕਾਰ ਲਖੇ ਭਾਵ ਤਾਂ ਤੇ ਇਸੇ ਕਰਕੇ ਮੈਂ ਬ੍ਰਹਮ ਸਰੂਪ ਇਹ ਸਾਰਾ ਸੰਸਾਰ ਜਾਣਿਆ। ਤੇ ਜਾਂ ਬਿੰਦੀ ਲੱਗੀ ਇਸ ਕਰਕੇ ਪਾਠ ਇੱਦਾਂ ਵੀ ਅਰਥ ਲੱਗ ਜਾਂਦਾ ਜੇ ਬਿੰਦੀ ਨਾ ਕਰੀਏ ਤੇ ਜਾਂ ਤੇ ਭਾਵ ਜਦੋਂ ਤੋਂ ਤੇ ਦਾ ਅਰਥ ਲਾਉਣਾ ਤੋਂ ਜਦੋਂ ਤੋਂ ਕਹਿੰਦੇ ਮੇਰਾ ਜਿਹੜਾ ਮਨ ਆ ਬ੍ਰਹਮ ਸਰੂਪ ਹੋਇਆ ਵਾ ਤਾਂ ਤੇ ਤਦੋਂ ਤੋਂ ਹੀ ਕਹਿੰਦੇ ਬ੍ਰਹਮ ਆਕਾਰ ਬ੍ਰਹਮ ਸਰੂਪ ਹੀ ਭਾਵ ਕੇ ਸੰਸਾਰ ਨੂੰ ਲਖੋ ਕਹੀਏ ਜਾਣਿਆ ਹੈ। ਜਦੋਂ ਕਿ ਮਨ ਦੇ ਸੰਕਲਪ ਵਿਕਲਪ ਮੈਂ ਆ ਉਹ ਆ, ਮੈਂ ਇੱਦਾਂ ਉਹ ਆ, ਤੇ ਇਹ ਜਦੋਂ ਮੁੱਕ ਗਏ ਤੇ ਉੱਥੇ ਤਾਂ ਕੋਈ ਗੱਲ ਨਹੀਂ ਨਾ ਰਹਿ ਗਈ। ਇਸ ਕਰਕੇ ਬੜੀ ਡੂੰਘਾਈ ਦੇ ਨਾਲ ਹੀ ਇਹ ਕਹਿ ਰਹੇ ਆ ਵੀ ਇਹ ਤਦੋਂ ਤੋਂ ਹੀ ਭਾਵ ਸੰਸਾਰ ਨੂੰ ਬ੍ਰਹਮ ਸਰੂਪ ਹੀ ਜਾਣ ਲਿਆ ਹੈ। ਤੁਮ ਜੋ ਕਹਿਓ ਨਰਿਪ ਮੋਹਿ ਦਰਿਦਰੀ ਨਰਿਪ ਰਾਜਾ, ਤੂੰ ਜੋ ਮੋਹਿ ਕਹੇ ਮੈਨੂੰ ਕਿਹਾ ਵਾ ਦਰਿਦਰੀ, ਇਹ ਰਾਜਨ ਜੋ ਤੂੰ ਮੈਨੂੰ ਦਰਿਦਰੀ ਕਿਹਾ ਹੈ। ਕਵਨ ਜੁਗਤ ਤੁਮ ਇਨਮੈ ਅਦਲੀ, ਇਸ ਵਿੱਚ ਇਨਮੈ ਕਹੀਏ ਇਸ ਵਿੱਚ, ਇਹ ਤੂੰ ਕਿਹੜੀ ਜਿਹੜੀ ਜੁਗਤੀ ਆ ਅਦਲੀ ਕਹੀਏ ਵੇਖੀ ਆ, ਇਸ ਵਿੱਚ ਤੂੰ ਇਹ ਤੂੰ ਕਿਹੜੀ ਜੁਗਤੀ ਵੇਖੀ ਆ ਕਿ ਤੂੰ ਦਰਿਦਰੀ ਆ, ਤੂੰ ਦੇ ਕੰਗਾਲ ਆ, ਮੈਂ ਰਾਜਾ ਆ। ਇੱਥੇ ਅਦਲੀ ਪਾਠ ਗਲਤ ਆ, ਅਦਰੀ ਪਾਠ ਆ। ਅਦਰੀ ਦਾ ਅਰਥ ਹੁੰਦਾ ਦੇਖੀ। ਕਮਨ ਜੁਗਤ ਤੁਮ ਇਨਮੈ ਦੇਖੀ, ਇਸ ਇਨਮੈ ਕਹੀਏ ਇਸ ਵਿੱਚ ਕਿਹੜੀ ਜੁਗਤੀ ਤੁਮ ਕਹੇ ਤੂੰ ਅਦਰੀ ਕਹੀਏ ਵੇਖੀ ਹੋਈ ਆ ਰਾਜਾ ਦੱਸ। ਦੇਖ ਦਿਗੰਬਰ ਕਾਏ ਵਿਵਰਣਾ, ਇਹ ਰਾਜਨ ਜੋ ਮੇਰੇ ਮਨ ਨੂੰ ਤੂੰ ਨਿਗ ਦਿਗੰਬਰ ਕਹੀਏ ਨਗਨ ਹੈ ਅਤੇ ਸਿਲਾ ਸਰੀਰ ਦੇ ਕੇ ਮੋਹੇ ਦਰਿਦਰ ਤੋਹੇ ਜੋ ਵਰਨਾ, ਤੇ ਤੋਹੇ ਕਹੀਏ ਤੂੰ ਮੋਹੇ ਕਹੀਏ ਮੈਨੂੰ ਜੋ ਦਰਿਦਰੀ ਵਰਨਾ ਕਹੀਏ ਕਹਿਆ ਹੈ। ਜੇਕਰ ਤੁਮ ਤੇ ਅਦਕ ਸਮਾਜਾ, ਸੋ ਇਹ ਦਲਿੱਦਰ ਤੇ ਤੂੰ ਮੈਨੂੰ ਆਪ ਕਹਿ ਦਿੱਤਾ ਵਾ, ਤੇਰੇ ਕੋਲ ਬਹੁਤ ਰਾਜ ਦੇ ਕੇ ਮੁੱਲ ਲਿਆ ਹੈ। ਜੇਕਰ ਤੁਮ ਤੇ ਅਦਕ ਸਮਾਜਾ ਲਿਓ ਦਲਿੱਦਰ ਮੋਲ ਮੈਂ ਆਜਾ, ਕੀ ਕਹਿ ਰਹੇ ਆ। ਦਇਆ ਕਰ ਤੁਮ ਤੇ ਅਦਕ ਸਮਾਜਾ, ਤੇ ਰਾਜਨ ਤੇਰੇ ਨਾਲ ਬਹੁਤਾ ਰਾਜ ਸਮਾਜ ਦੇ ਕੇ ਲਿਓ ਦਲਿੱਦਰ ਮੋਲ ਮੈਂ ਰਾਜਾ ਫੇਰ ਦਰਿਦਰੀ ਨੂੰ ਮੁੱਲ ਲਿਆ ਵਾ, ਤੇਰੇ ਤੋਂ ਬਹੁਤਾ ਸਾਜੋ ਸਮਾਨ ਦੇ ਕੇ ਮੈਂ ਫੇਰ ਦਰਿਦਰੀ ਮੁੱਲ ਲਈ ਆ। ਤੂੰ ਕਿਹੋ ਜਿਹੀ ਗੱਲਾਂ ਕਰਦਾ, ਕਿੱਥੇ ਫਿਰਦਾ। ਇਹਦਾ ਅਰਥ ਵਿਵਰਨਾ ਦਾ ਅਰਥ ਨਰਮਲੇ ਪੁਰਸ਼ਾਂ ਮਹਾਂਪੁਰਸ਼ਾਂ ਦੇ ਸਿਲਾ ਕੀਤਾ। ਇਹਦਾ ਸਿਲਾ ਕਾਏ ਦਾ ਅਰਥ ਸਰੀਰ ਕੀਤਾ। ਦਿਗੰਬਰ ਦਾ ਅਰਥ ਹੁੰਦਾ ਨਗਨ, ਜੋ ਦਿਸ਼ਾਵਾਂ ਜਿਹਨੇ ਅੰਬਰ ਕੀਤੀਆਂ ਭਾਵ ਨਗਨ। ਵੀ ਹੇ ਰਾਜਾ ਤੂੰ ਮੈਨੂੰ ਜਿਹੜਾ ਦਿਗੰਬਰ ਕੀ ਨਗਨ ਨੰਗਾ ਦੇਖ ਕੇ, ਤੇ ਕਾਏ ਨਾਮ ਸਰੀਰ ਦਾ ਭਾਵ ਤੂੰ ਮੇਰਾ ਸਰੀਰ ਨੰਗਾ ਦੇਖ ਕੇ, ਤੇ ਵਰਨਾ ਨਾਮ ਸਿਲਾ ਦੇਖ ਕੇ, ਸਿਲਾ ਸਰੀਰ ਦੇਖ ਕੇ ਵੀ ਸਖਤ ਬੜਾ ਹੋਇਆ ਵਾ ਹੈਂ। ਤੇ ਜਾਂ ਇਹਦਾ ਵਿਵਰਨਾ ਦਾ ਅਰਥ ਕਈ ਮਹਾਂਪੁਰਸ਼ਾਂ ਨੇ ਇਹਦਾ ਇਹ ਕੀਤਾ ਵਾ ਵੀ ਵਰਨਾ ਨਾਮ ਬੁਰਾ ਰੰਗ ਵੇਖ ਕੇ ਤੂੰ ਮੈਨੂੰ ਦਰਿਦਰੀ ਆਖਿਆ,
मोहे दरिद्री तोहे जो वरना वरना पव क्या जो मैनू दरिद्री तोहे गई तू हैं लै दैगा तुम ते अदग समाजा। ये दरिद्री की गल सुन ला राजा, तुम ते तेरे नालों बहुता साजो समान दे के ना राज भाग दा लै करके दयो दरिद्र मोल मैं राजा मैं फिर इस दरिद्री नूं मोल लिया वा, फिर इस कंगाली नूं मोल लिया वा। तेरे रादा इदां नहीं लै लिया जिसनूं तू माड़ा कह रहा है। जास प्रताप निजातम सोधा, जिस दलिद्री दे प्रताप नाल कहते जास बाबा जिस दे दलिद्री दे बाबा जिस दलिद्री दे प्रताप नाल निज आत्म अपने आत्मा नूं भाव अपने आत्म स्वरूप नूं जानने लई मैं अपने आप नूं सोधिया है। आत्म स्वरूप नूं सोधिया भाव प्राप्त कीता जिस दलिद्री दे प्रताप नाल विरक्ति हो के पए निरस्त समस्त विरोधा, जिस करके सारे विरोध नष्ट हो गए हैं। ठीक है, नहीं तो किन्ने विरोध सी सारे कहते पए निरस्त समस्त विरोधा। निरस्त की थां पाठ कई निरस पाठ सही है। पए निरस समस्त विरोधा भावे इस दलिद्री के प्रताप करके मैं राग मोह आदਿਕ विरोधां का जो कारण संसार आ उस संसार के पदार्थ हुण मैनूं कहंदे निरस रस तो रहत प्रतीत हुंदे आ। अर्थ यह आ भी जो आत्मा आनंद बिना कोई पदार्थ आनंद देने वाला नहीं है। इस विच बहुत प्रमाण दिते आ ते फिर होर भी कई गल्लां ते आउंदियां है। पाठ दे निरस्त दे कई दूजे अर्थ बनते आ। जास प्रताप ने जात में सोधा, जिस दे दरिद्री के प्रताप करके राजा मैं अपने आत्मा नूं सोधिया है, प्राप्त किया है, पाया है। पए निरस्त समस्त विरोधां ते समस्त सारे जिहड़े विरोध है निरस्त कहिए त्यागे पए गए हुए आ। सारे विरोध मैं त्याग दिते हुए आ। ते जां इत्थे पाठ पए निरस समस्त विरोधा ਉਹਦਾ अर्थ ਤੁਹਾਨੂੰ ਦੱਸਿਆ ਹੀ ਆ कि जो विरोध वाले राग आदਿਕ मोह है सारे ये कहते आ ये तो ये राग मोह तो ही संसार ਦੇ ਵਿੱਚ ਪਦਾਰਥ ਹੁੰਦੇ ਆ ਤੇ ਉਹ ਪਦਾਰਥਾਂ ਦੇ ਜਿਹੜੇ ਆ ਕਿਹੜੇ ਪਦਾਰਥ ਸਾਰੇ ਕਹਿੰਦੇ ਨਿਰਾਸ ਭਏ ਗਏ ਹੋਏ ਆ ਹੁਣ ਪ੍ਰਤੀਤ ਹੁੰਦੇ ਆ ਪਰ ਉਹ ਚੰਗੇ ਨਹੀਂ ਲੱਗਦੇ। ਜਾਂ ਸਮਾਇਆ ਕਰ ਹੈ ਨਰ ਰਾਈ ਨਰਾਂ ਦੇ ਰਾਈ ਰਾਜਾ ਹੈ ਰਾਜਾ जिस दरिद्री की माया करके मेहर करके मैं अब सिद्ध अवस्था पाई, मैं हुण सिद्ध अवस्था पा लई है ते उस नूं तूं दरिद्री नूं माड़ा कहना वो तो बहुत दरिद्री महान है। ਇਹਦਾ इदां भी महापुरुष दसदे आ भी ਵੇਖ ਵਿੱਚ ਕੀ ਕਿਹਾ ਵੇ ਰਾਜਾ ਇਸ ਦਰਿद्री ਦੇ ਪ੍ਰਤਾਪ ਕਰਕੇ ਤੇ ਮੈਂ ਆਪਣੇ ਆਤਮਾ ਨੂੰ ਸੋਧਿਆ ਵਿਚਾਰਿਆ ਹੈ। ਸੋਧੇ ਦਾ ਅਰਥ ਵਿਚਾਰਨਾ ਵੀ ਹੁੰਦਾ ਅਤੇ ਇਸ ਦਲਿਦਰੀ ਦੇ ਪ੍ਰਤਾਪ ਕਰਕੇ ਜਿਹੜੇ ਰਾਗ ਆਦਿਕ ਮੋਹ ਵਿਰੋਧ ਆ ਇਹ ਵਿਰੋਧਾਂ ਦਾ ਜੋ ਕਾਰਨ ਸੰਸਾਰ ਹੈ ਅਤੇ ਸੰਸਾਰ ਦੇ ਪਦਾਰਥ ਹੈ ਤਰ੍ਹਾਂ ਤਰ੍ਹਾਂ ਦੇ ਜਿਨ੍ਹਾਂ ਕਰਕੇ ਮਨੁੱਖ ਰਾਗ ਦਵੇਸ਼ ਕਰਦਾ ਇਹ ਸਾਰੇ ਕਹਿੰਦੇ ਨਿਰਸ ਭਏ ਨਿਰਸ ਪਾਠ ਹੀ ਹੈਗਾ। ਇੱਕ ਨਿਰਸ ਦਾ ਅਰਥ ਲਾਉਣਾ ਤਿਆਗਿਆ ਹੋਇਆ ਔਰ ਸਮਸਤ ਸਾਰੇ ਵਿਰੋਧਾਂ ਤਿਆਗਿਆ ਹੋਇਆ। ਮੈਂ ਹੁਣ ਆਤਮਾ ਨੂੰ ਸੋਧ ਕੇ ਵਿਚਾਰ ਕਰਕੇ ਅਤੇ ਜਦੋਂ ਪਾਠ ਕਰਨਾ ਭਏ ਨਿਰਾਸ ਸਮਸਤ ਵਿਰੋਧਾ ਭਾਵ ਫਿਰ ਹੁਣ ਦੱਸ ਰਹੇ ਹਾਂ ਵੀ ਸੰਸਾਰ ਦੇ ਪਦਾਰਥ ਕਹਿੰਦਾ ਵੀ ਮੈਨੂੰ ਜਿਹੜੇ ਵਿਰੋਧਾ ਕਹੀਏ ਵਿਰੋਧ ਦਾ ਕਾਰਨ ਆ ਇਹ ਨਿਰਸ ਰਸ ਤੋਂ ਰਹਿਤ ਭਏ ਕਹੀਏ ਹੋਏ ਹੈ ਭਾਵ ਨਿਰਸ ਪ੍ਰਤੀਤ ਹੁੰਦੇ ਆ ਵੀ ਵੇਖੋ ਜੋ ਕਿਉਂਕਿ ਆਤਮਾ ਜਿਹੜਾ ਆਨੰਦ ਆ ਉਹ ਤੋਂ ਬਿਨਾਂ ਪਦਾਰਥ ਕੋਈ ਵੀ ਆਨੰਦ ਦੇਣ ਵਾਲਾ ਨਹੀਂ ਰਸ ਦੇਣ ਵਾਲਾ ਨਹੀਂ ਸਾਰੇ ਨਿਰਾਸ਼ ਹੋਏ ਜਿਹੇ ਰਸ ਵਿਸਰ ਗਏ ਰਸ ਅਤੇ ਵੇਖੋ ਜੋ ਬ੍ਰਹਮ ਰੂਪ ਆਤਮਾ ਹੀ ਸੁਖ ਰੂਪ ਆ ਉਸ ਤੋਂ ਬਿਨਾਂ ਜਿਹੜੇ ਥੋੜ੍ਹੇ ਸਮੇਂ ਇਹ ਪਦਾਰਥ ਚਿੰਨ ਭੰਗਰ ਆ ਇਹ ਪਦਾਰਥਾਂ ਵਿੱਚ ਕੋਈ ਸੁੱਖ ਨਹੀਂ ਭੋਗਾਂ ਵਿੱਚ ਕੋਈ ਸੁੱਖ ਨਹੀਂ
ਫਿਰ ਰਾਜਾ ਜਿਸ ਦਰਿਦਰੀ ਦੀ ਕਿਰਪਾ ਕਰਕੇ ਮੈਂ ਸਿੱਧ ਅਵਸਥਾ ਨੂੰ ਪ੍ਰਾਪਤ ਕੀਤਾ ਵਾ, ਤੇ ਉਹਨੂੰ ਮਾੜਾ ਕਿੱਦਾਂ ਕਹਿੰਦਾ? ਕਿ ਸਿੱਧ ਕਿਹਨੂੰ ਕਿਹਾ ਜਾਂਦਾ ਵਾ? ਨਗਨ ਹੋਣ ਨੂੰ, ਸਰੀਰ ਨੂੰ ਕਮਜ਼ੋਰ ਕਰ ਲੈਣਾ ਜਾਂ ਸਖਤ ਕਰ ਲੈਣਾ, ਫਿਰ ਤੁਰ ਕੇ ਜਿਵੇਂ ਬਾਬਾ ਫਰੀਦ ਦੇ ਪੈਰ ਬੜੇ ਸਖਤ ਹੋ ਗਏ ਸੀ, ਇਹਦਾ ਨਾਮ ਸਿੱਧੀ ਆ? ਕਹਿੰਦੇ ਵੀ ਨਹੀਂ, ਇਹਦਾ ਨਾਮ ਸਿੱਧੀ ਨਹੀਂ ਆ। ਸਾਧਨਾ ਨਾਲ ਜੋ ਸਿੱਧ ਹੋਵੇ, ਜਿਹੜੀ ਕੋਈ ਸਾਧਨਾ ਕਰਦੇ ਆ ਤਾਂ ਕੋਈ ਵੀ ਮੰਤਰ ਹੀ ਸਾਧਨ ਕਰਨ ਲੈ ਵੀ ਇਹ ਸਾਧਨਾ ਰੂਪ ਵਿੱਚ ਹੋ ਕੇ ਜਪਣ ਲੱਗ ਪਈਏ, ਉਹਨੂੰ ਸਿੱਧ ਕਰ ਲੈਣਾ, ਇਹ ਸਿੱਧੀ ਹੁੰਦੀ ਹੈ। ਠੀਕ ਹੈ, ਸਾਧਨਾ ਨਾਲ ਜੋ ਸਿੱਧ ਹੋਵੇ ਉਹਨੂੰ ਸਿੱਧੀ ਕਿਹਾ ਜਾਂਦਾ। ਜਿੱਦਾਂ ਆਪਾਂ ਬੈਠੇ ਹਾਂ, ਮੰਤਰ ਪੜ੍ਹ ਰਹੇ ਹਾਂ, ਸਾਧਨਾ, ਹਾਂਜੀ, ਉਹਦਾ ਮੰਤਰ ਆ, ਅਤੇ ਉਹ ਚੌਂਕੜਾ ਮਾਰ ਕੇ ਮੰਤਰ ਪੜ੍ਹਨ ਨੂੰ ਇਹ ਸਿੱਧੀ ਮੰਨ ਲਓ। ਅਤੇ ਜਿਹੜਾ ਉਹਨੂੰ ਪ੍ਰਾਪਤ ਕਰ ਲਵੇ ਉਹ ਸਿੱਧੀ ਵਾਲਾ ਪੁਰਸ਼ ਹੁੰਦਾ, ਉਹਨੂੰ ਸਿੱਧ ਕਹੀਦਾ। ਸਿੱਧੀ ਵਾਲਾ ਪੁਰਸ਼ ਉਹਨੂੰ ਸਿੱਧ ਕਹੀਦਾ। ਉਹ ਕਹਿੰਦੇ ਆ ਵੀ ਜਿਹੜਾ ਵਿਰਾਗ, ਵਿਵੇਕ ਆਦਿ ਸਾਧਨ ਹੈ, ਦੇਖੋ ਇਹ ਸਾਧਨ ਹੈ, ਵਿਵੇਕ, ਵਿਰਾਗ, ਇਹ ਸਾਧਨਾ। ਅਤੇ ਸਾਧਨਾ ਨਾਲ ਜਦੋਂ ਵਿਰਾਗ ਪੈਦਾ ਹੋ ਜਾਵੇ, ਪ੍ਰਾਪਤ ਹੋ ਜਾਵੇ, ਉਹਨੂੰ ਸਿੱਧੀ ਕਿਹਾ ਜਾਂਦਾ ਹੈ। ਅਤੇ ਜਿਹਨੇ ਪ੍ਰਾਪਤ ਕੀਤੀ ਉਹ ਸਿੱਧੀ ਵਾਲਾ ਪੁਰਸ਼ ਹੁੰਦਾ ਹੈ। ਵਿਰਾਗ, ਫਿਰ ਵਿਰਾਗ, ਵਿਵੇਕ, ਵਿਚਾਰ ਭਾਵ ਜਿਹੜੇ ਮੁਕਤੀ ਦੇ ਸਾਧਨ ਆ, ਇਹ ਜਿਹੜੇ ਮੁਕਤੀ ਦੇ ਸਾਧਨ ਆ, ਇਹ ਮੁਕਤੀ ਦੇ ਸਾਧਨ ਹਨ। ਇਹ ਸਾਧਨਾ ਕਰਕੇ ਸਿੱਧ ਭਈ, ਇਹ ਮੁਕਤੀ ਦੇ ਸਾਧਨ ਹੈ। ਇਹਨਾਂ ਨੂੰ ਸਾਧਨ ਦੇ ਨਾਲ ਕੀ ਹੁੰਦਾ? ਜਿਹੜੀ ਆਤਮਾ ਰੂਪੀ ਵਸਤੂ ਹੈ ਨਾ, ਉਹਦੀ ਜਿਹੜੀ ਪ੍ਰਾਪਤੀ ਹੋ ਜਾਣ ਵਾਲੀ ਹੈ, ਉਹ ਪ੍ਰਾਪਤੀ ਵਾਲੇ ਪੁਰਸ਼ ਦਾ ਨਾਮ ਸਿੱਧ ਆ। ਇੱਥੇ ਇਹ ਅਸਲ ਰੂਪ ਵਿੱਚ ਉਹਨੂੰ ਸਿੱਧ ਕਿਹਾ ਜਾਂਦਾ। ਜਿਹੜੀ ਵਿਵੇਕ, ਵਿਰਾਗ ਰੂਪੀ ਸਾਧਨਾ ਦੇ ਨਾਲ, ਅਤੇ ਇਹਦੇ ਨਾਲ ਜੋ ਆਤਮਾ ਰੂਪੀ ਵਸਤੂ ਸਿੱਧ ਹੋ ਜਾਣੀ ਨਾ, ਪ੍ਰਾਪਤ ਹੋ ਜਾਣੀ ਹੈ, ਹਾਂਜੀ, ਇਹ ਅਸਲ ਸਿੱਧੀ ਆ। ਅਤੇ ਇਸ ਸਿੱਧੀ ਨੂੰ ਪ੍ਰਾਪਤ ਕਰਨ ਵਾਲੇ ਪੁਰਸ਼ ਦਾ ਨਾਮ ਸਿੱਧ ਹੈ। ਬਾਕੀ ਹੋਰ ਜਿਹੜੇ ਲੋਕ ਮੰਤਰ, ਟੂਣੇ, ਟਾਮ, ਧਾਗੇ, ਤੀ, ਤੰਤਰ ਆਦਿਕ ਕਰਕੇ ਵਰਜੇ ਪ੍ਰਾਪਤ ਕਰ ਲੈਂਦੇ ਆ। ਸ਼ਰਾਬ ਦੇ ਦੇਣਾ, ਹਾਂਜੀ, ਇਹਨੂੰ ਵਰ ਦੇ ਦੇਣਾ, ਇਹ ਜਿਹੜਾ ਦਿਖਾ ਕੇ ਸੰਸਾਰ ਵਿੱਚ ਸਿੱਧ ਅਖਵਾਉਂਦਾ ਆਪਣੇ ਆਪ ਨੂੰ, ਅਤੇ ਲੋਕ ਉਹਨੂੰ ਸਿੱਧ ਆਖਦੇ ਆ। ਇਹ ਕਹਿੰਦੇ ਠੀਕ ਨਹੀਂ। ਮਤਲਬ ਇਹ ਜਿਹੜੇ ਗਿਆਨੀਆਂ ਦੇ ਮੁਤਾਬਕ ਇਹ ਹੈ ਵੀ ਜਿਹੜਾ ਤਤ ਵੇਤਾ ਮਹਾਂਪੁਰਸ਼ ਹੈ ਨਾ, ਜਿਹਨੇ ਆਤਮਾ ਰੂਪੀ ਵਸਤੂ ਪ੍ਰਾਪਤ ਕਰ ਲਈ ਹੈ, ਉਹੀ ਸਿੱਧ ਆ, ਉਸ ਤੋਂ ਬਿਨਾਂ ਹੋਰ ਕੋਈ ਸਿੱਧ ਨਹੀਂ। ਅਬ ਲੋਕੋਂ ਮੈਂ ਲੋਕ ਸੁਭਾਇਆ, ਮੋਹਿ ਨਾ ਹੇਰਦ ਕੋ ਕਿਤਰਾਇਆ। ਹੁਣ ਇੱਥੇ ਬੜੀ ਵੱਡੀ ਗੱਲ ਕਹਿ ਰਹੇ, ਮਨ ਨੂੰ ਪ੍ਰਸ਼ਨ ਖੜਾ ਹੁੰਦਾ, ਕਿਉਂਕਿ ਇਹਦੇ ਵਿੱਚ ਸਿੱਧ ਹੋਊਗਾ। ਰਾਜਾ ਨੇ ਮੰਨ ਲਓ ਪ੍ਰਸ਼ਨ ਕਰ ਦਿੱਤਾ ਭਰਤਰੀ ਜੀ ਨੂੰ ਵੀ ਸਿੱਧਾਂ ਵਿੱਚ ਤਾਂ ਐਸੀ ਸ਼ਕਤੀ ਵੀ ਹੁੰਦੀ ਆ ਵੀ ਜੋ ਲੋਕਾਂ ਨੂੰ ਦੇਖਦੇ ਆਪ ਅਤੇ ਆਪ ਨਜ਼ਰ ਨਹੀਂ ਆਉਂਦੀ, ਉਹ ਸ਼ਕਤੀ ਤੁਹਾਡੇ ਵਿੱਚ ਹੈ ਕੋਈ? ਅਤੇ ਭਰਤਰੀ ਜੀ ਦਾ ਜਵਾਬ ਦਿੰਦੇ ਆ, ਲੋਕੋ ਮੈਂ ਲੋਕ ਸੁਭਾਇਆ, ਕਹਿੰਦੇ ਮੈਂ ਸੁਭਾਇਆ ਕਹੀਏ ਸਾਰੇ ਲੋਕਾਂ ਨੂੰ ਅਗਿਆਨ ਕਰਕੇ ਦੁਖੀ ਅਤੇ ਜਨਮਾਂ ਰੂਪੀ ਦੁੱਖ ਕਰਕੇ ਦੁਖੀ ਵੇਖਦਾ ਹਾਂ। ਮੋਹੇ ਨਾ ਹੇਰਤ ਹੀ ਖੇਤਰ ਆਇਆ ਧਰਤੀ ਦੇ ਰਾਜਾ। ਭਾਵ ਹੇ ਰਾਜਨ, ਮੋਹੇ ਮੈਨੂੰ ਨਹੀਂ ਕੋਈ ਵੇਖ ਸਕਦਾ। ਇਹ ਆਤਮ ਸੁੱਖ ਨੂੰ ਪ੍ਰਾਪਤ ਕਰਕੇ ਮਹਾਨ ਸੁਖੀ ਹੈ, ਕਿਉਂਕਿ ਕਹਿੰਦੇ ਮੇਰੇ 'ਚ ਹੀ ਸ਼ਕਤੀ ਹੈ। ਮੈਂ ਲੋਕਾਂ ਸਾਰਿਆਂ ਨੂੰ ਦੇਖਿਆ ਵਾ ਕਿ ਲੋਕ ਦੁਖੀ ਆ ਜੰਮਣ ਮਨ ਦੇ ਦੁੱਖ ਕਰਕੇ, ਅਗਿਆਨ ਕਰਕੇ। ਠੀਕ ਕਹਿੰਦੇ, ਮੈਂ ਤਾਂ ਵੇਖ ਰਿਹਾ ਅੰਤਰੀ ਭਾਵ ਨਾਲ, ਬਾਹਰੋਂ ਤਾਂ ਵੇਂਦਾ ਨਹੀਂ। ਮੋਹੇ ਨਾ ਹੇਰ ਤੇ ਖਿੱਦਰ ਆਇਆ, ਪਰ ਮੈਨੂੰ ਲੋਕ ਨਗਨ ਅਤੇ ਸਰੀਰ ਮੇਰਾ ਕਮਜ਼ੋਰ ਜਾਂ ਸਖਤ ਕਰੜਾ ਵੇਖ ਕੇ, ਬੁਰਾ ਰੰਗ ਕਾਲਾ ਭੈੜਾ ਜਿਹਾ ਹੋਇਆ ਵੇਖ ਕੇ, ਅਤੇ ਸਮਝਦੇ ਵੀ ਇਹ ਦੁਖੀ ਆ। ਮੋਹੇ ਨਾ ਹੇਰ ਤੇ ਖਿੱਦਰ ਆਇਆ, ਇਹ ਮੈਨੂੰ ਨਹੀਂ ਦੇਖਦੇ। ਇਹ ਰਾਜਾ ਤੇ ਇਹਦੇ ਆਤਮ ਸੁੱਖ ਨੂੰ ਪ੍ਰਾਪਤ ਕਰਕੇ ਮਹਾਨ ਸੁਖੀ ਹੈ। ਦੁਦਾ ਪ੍ਰਕਾਰ ਦਰਿਦਰ ਬਕਾਨਾ,
ਤੂੰ ਹੋਰ ਸੁਣ। ਦੁਧਾ ਕਹੀਏ ਦੋ ਪ੍ਰਕਾਰ ਨਾ ਪ੍ਰਕਾਰ ਦਾ, ਦੋ ਪ੍ਰਕਾਰ ਦਾ ਜਾਂ ਦੋ ਤਰ੍ਹਾਂ ਦਾ ਰਾਜਾ ਦਰਿਦਰ ਬਖਾਨਾ ਕਹੀਏ ਕਿਆ ਜਾਣਦਾ। ਰਾਜਾ ਕਹਿੰਦਾ ਵੀ ਕਿਹੜਾ ਕਿਹੜਾ, ਕਹਿੰਦੇ ਏਕ ਸਤੋ ਮੈਂ ਤਮ ਮੈਂ ਆਨਾ, ਕਹਿੰਦੇ ਇੱਕ ਤੇ ਹੈ ਸਤੋ ਗੁਣ ਰੂਪ, ਮੈਂ ਦਾ ਖਿਲਾਉਣਾ ਰੂਪ, ਤੇ ਦੋਵੇਂ ਮੰਮੇ ਜਈਆ ਪਾਠ ਕਰਨਾ ਮੰਮੇ ਦਿਲਾਵਾਂ ਸਿਰਫ, ਤੇ ਬਿੰਦੀ ਨੀ ਨੋ, ਤੇ ਬਣ ਜਾਣਾ ਰੂਪ। ਜਿਵੇਂ ਧੂਪ ਮਲ ਆਲੋ ਪਵਨ ਚੌਰੋ ਕਰ ਸਕਲ ਬਨਰਾਏ ਫੁੱਲਾਂ ਦੀ ਜੋਤੀ ਕੈਸੀ ਯਾਰ ਦੀ, ਇੱਥੇ ਆਉਂਦਾ ਨਾ ਗਗਨ ਮੈਂ ਲੱਗਾ ਨਾ ਸ਼ਬਦ ਉੱਥੇ, ਉਹ ਰੂਪ ਦਾ ਆਵਾਜ਼ ਗਿਆ, ਉਹਦੇ ਮੈਂ ਸ਼ਬਦ ਨਹੀਂ। ਏਕ ਸਤੋ ਮੈਂ ਤਮ ਮੈਂ ਆਨਾ ਕਹੀਏ, ਕਹਿੰਦੇ ਇੱਕ ਤੇ ਸਤੋ ਗੁਣ ਰੂਪ ਆ, ਦਰਿਦਰੀ ਦੋ ਤਰ੍ਹਾਂ ਦੀ ਹੈ, ਇੱਕ ਸਤੋ ਗੁਣ ਰੂਪ ਆ, ਤੇ ਆਨਾ ਕਹੀਏ ਹੋਰ ਦੂਜੀ ਤਮੋ ਗੁਣ ਰੂਪ ਹੈ, ਹੋਰ ਤਮੋ ਗੁਣ ਰੂਪ ਹੈ। ਮਨ ਕਰ ਤਨ ਕਰ ਭੋਗ ਅਸੰਗ੍ਰਹਿ, ਮਨ ਕਰਕੇ ਤਨ ਕਰਕੇ, ਕਹਿੰਦੇ ਜੋ ਭੋਗਾਂ ਦਾ ਤਿਆਗ ਹੈ। ਸੰਗ੍ਰਹਿ ਦਾ ਗ੍ਰਹਿਣ ਕਰਨਾ ਭਲੀ ਪ੍ਰਕਾਰ, ਤੇ ਆ ਦਾ ਅਰਥ ਹੁੰਦਾ ਰਹਿਤ, ਭਾਵ ਭਲੀ ਪ੍ਰਕਾਰ ਗ੍ਰਹਿਣ ਕਰਨ ਤੋਂ ਰਹਿਤ ਭਾਵ ਤਿਆਗ। ਮਨ ਕਰ ਤੇ ਤਨ ਕਰਕੇ ਜੋ ਭੋਗਾਂ ਦਾ ਤਿਆਗ ਹੈ, ਯਹ ਵਰਿਸ਼ਠ ਦਰਿਦਰ ਮੋਰ ਗ੍ਰਹਿ, ਇਹ ਸਾਰਿਆਂ ਤੋਂ ਸ੍ਰੇਸ਼ਟ ਦਰਿਦਰ ਮੇਰੇ ਘਰ ਵਿੱਚ ਹੈ। ਮੋਰ ਗ੍ਰਹਿ ਮੇਰੇ ਘਰ ਵਿੱਚ ਸਾਰਿਆਂ ਤੋਂ ਵਰਿਸ਼ਠ ਕਹੀਏ ਸ੍ਰੇਸ਼ਟ, ਦਰਿਦਰ ਕਹੀਏ ਦਰਿਦਰ, ਕਹਿੰਦੇ ਮੇਰੇ ਮੋਰ ਗ੍ਰਹਿ ਮੇਰੇ ਘਰ ਵਿੱਚ ਹੈ। ਹਰ ਗੁਰ ਭਗਤ ਕਿਰਪਾਲ ਤਿਆਗ ਜਹ, ਹਰੀ ਗੁਰੂ ਦੀ ਜਿਹੜੀ ਭਗਤੀ ਆ, ਤੇ ਦੀਨ ਦੁਖੀਆਂ ਉੱਤੇ ਜਿਹੜੀ ਕਿਰਪਾ ਕਾਨਾਦ ਸ਼ੁਭ ਗੁਣਾਂ ਦਾ ਤਿਆਗ ਕਰਨਾ, ਜਿਹੜੀ ਕਿਰਪਾ ਕਰਨੀ ਕਿਸੇ 'ਤੇ, ਤਰਸ ਕਰਨਾ, ਦਿਆਲਤਾ ਕਰਨੀ, ਸ਼ਮਾ ਦਾ ਸੁਭਾਅ ਰੱਖਣਾ, ਤਿਆਗ ਜਿਹ ਜਿੱਥੇ ਤਿਆਗ ਇਹਨਾਂ ਦਾ ਭਾਵ ਗੁਰੂ ਦੀ ਭਗਤੀ ਨਹੀਂ, ਪਰਮੇਸ਼ਰ ਦੀ ਭਗਤੀ ਨਹੀਂ, ਭਗਤਾਂ ਦੀ ਭਗਤੀ ਨਹੀਂ, ਮਨ 'ਚ ਕਿਰਪਾ, ਦੀਨ ਗਰੀਬਾਂ ਦੀ ਰੱਖਿਆ ਕਰਨ ਦੀ, ਦੀਨ ਗਰੀਬਾਂ ਤਰਸ ਕਰਨ ਦੀ ਕੋਈ ਜਿੱਥੇ ਹੈ ਨਹੀਂ ਹੈ ਗੁੰਜਾਇਸ਼, ਸਿਰਫ ਜਹਾਂ ਤਿਆਗ ਜਹਾਂ ਜਿੱਥੇ ਤਿਆਗ ਹੀ ਤਿਆਗ ਹੈ। ਸੋ ਕਨਿਸ਼ਟ ਦਰਿਦਰ ਤੋਰ ਮਹਿ, ਤੋਰ ਮੈਂ ਕਿ ਤੇਰੇ ਵਿੱਚ ਉਹ ਕਨਿਸ਼ਟ ਨੀਚਾਂ ਵਾਲੀ ਦਰਿਦਰਤਾ ਹੀ ਪਾ ਤਮੋ ਗੁਣ, ਉਹ ਦਰਿਦਰ ਤੇਰੇ ਵਿੱਚ ਪੂਰਨ ਹੋ ਰਿਹਾ। ਚਾਹੇ ਆਹੇ ਮਨ ਜਾਹੇ ਮਾਹੇ, ਜਿਸ ਦੇ ਮਨ 'ਚ ਬਹੁਤ ਭਾਰੀ ਤ੍ਰਿਸ਼ਨਾ ਹੈ। ਅਗਲੇ ਛੰਦ ਵਿੱਚ ਉਪਦੇਸ਼ ਕਰ ਰਹੇ, ਮਨ ਕਰ ਤਨ ਕਰ ਭੋਗ ਅਸੰਗ੍ਰਹਿ, ਇਹ ਰਾਜਨ ਮਨ ਕਰਕੇ ਤੇ ਬਾਹਰੋਂ ਸਰੀਰ ਕਰਕੇ ਜੋ ਪਦਾਰਥ ਦਾ ਤਿਆਗ ਹੈ, ਅਸੰਗ੍ਰਹਿ ਭਾਵ ਤਿਆਗ, ਤੇ ਭਾਵ ਗ੍ਰਹਿਣ ਭਲੀ ਪ੍ਰਕਾਰ ਗ੍ਰਹਿਣ ਕਰਨ ਤੋਂ ਰਹਿਤ, ਤੇ ਉਹ ਕੀ ਹੁੰਦਾ ਤਿਆਗ ਹੀ ਹੁੰਦਾ। ਮਨ ਕਰਕੇ ਤਨ ਕਰਕੇ ਜੋ ਭੋਗਾਂ ਪਦਾਰਥਾਂ ਦਾ ਤਿਆਗ ਹੈ, ਯਹ ਵਰਿਸ਼ਠ ਦਰਿਦਰ ਮੋਰ ਗ੍ਰਹਿ ਹੈ। ਇਹ ਸਤੋ ਗੁਣ ਰੂਪ ਸ੍ਰੇਸ਼ਟ ਦਰਿਦਰ ਹੈ, ਜਿਸ ਤਰ੍ਹਾਂ ਮੇਰੇ ਮਨ ਵਿੱਚ ਹੈ, ਅਤੇ ਹਰੀ ਦੀ ਗੁਰਾਂ ਦੀ ਭਗਤੀ ਤੋਂ ਰਹਿਤ ਹੋਣਾ, ਕਿਰਪਾ ਮੈਤਰੀ ਅਪੇਖਿਆ ਪ੍ਰਸੰਨਤਾ, ਇਹਨਾਂ ਤੋਂ ਬਿਨਾਂ ਤਮੋ ਗੁਣ ਰੂਪ ਕਨਿਸ਼ਟ ਦਰਿਦਰ, ਇਹ ਜੇ ਕਹਿੰਦੇ ਇਹ ਤੇਰੇ ਵਿੱਚ ਆ, ਇਸ ਕਰਕੇ ਕਹਿੰਦੇ ਤੂੰ ਤੇ ਤੋਂ ਵਾਂਝ ਆ, ਦਰਿਦਰੀ ਤੇ ਤੂੰ ਸਾਨੂੰ ਕਹਿੰਦੇ ਆ। ਆਈ ਨਾ ਸਮਝ, ਸੋ ਕਨਿਸ਼ਟ ਦਰਿਦਰ ਤੋਰ ਮੈਂ ਹੈ, ਤੇਰੇ ਵਿੱਚ ਉਹ ਕਨਿਸ਼ਟ ਨੀਚਾਂ ਵਾਲੀ ਦਰਿਦਰਤਾ ਹੀ ਤੇਰੇ ਵਿੱਚ ਆ, ਕਿ ਜਿੱਥੇ ਹਰੀ ਗੁਰੂ ਦੀ ਭਗਤੀ ਨਹੀਂ ਆ, ਕਿਰਪਾ ਸ਼ਮਾ ਆਦਿਕ ਦਾ ਤਿਆਗ ਹੀ ਆ, ਉਹ ਕਨਿਸ਼ਟ ਭਾਵ ਜਿੱਥੇ ਚੀਜ਼ਾਂ ਹੋਣ ਉੱਥੇ ਕਨਿਸ਼ਟ ਦਰਿਦਰੀ ਹੈ, ਤੇ ਉਹ ਤੇਰੇ ਵਿੱਚ ਆ। ਵਰਿਸ਼ਠ ਦਾ ਅਰਥ ਲਾਉਣਾ ਸ੍ਰੇਸ਼ਠ, ਇਹ ਚੰਦ ਵਿੱਚ ਸਮਝ ਆ ਗਈ ਨਾ ਜੀ। ਚਾਹੇ ਆਹੇ ਮਨ ਜਾਹੇ ਮਾਹੇ ਅਤ, ਜਾਹੇ ਪਾ ਜਿਸ ਦੇ ਮਨ ਦੇ ਵਿੱਚ, ਮਾਹੇ ਦੇ ਵਿੱਚ, ਜਿਸ ਦੇ ਮਨ ਵਿੱਚ ਆਤਸ਼ੈ ਕਰਕੇ ਜਾਂ ਬਹੁਤ ਚਾਹੇ ਵੀ ਚਾਹ ਨਾ ਆਹੇ ਕਹੀਏ ਹੈ, ਸੋ ਭੇ ਦਰਿਦਰੀ ਤੁਮਵਤ ਨਰਪਤ, ਨਰਪਤ ਭਾਵ ਹੈ ਰਾਜਾ, ਨਰਪਤ ਪਾਠ ਇਕੱਠਾ ਕਰਨਾ ਹੈ ਰਾਜਨ, ਉਹ ਵੀ ਤੇਰੇ ਸਮਾਨ ਦਰਿਦਰੀ, ਸੋ ਭੇ ਦਰਿਦਰੀ ਤੁਮਵਤ, ਤੇਰੇ ਵਾਂਗ ਹੀ ਸੋ ਭੇ ਉਹ ਵੀ ਦਰਿਦਰੀ,
ਪਾ ਉਹ ਵੀ ਤੇਰੇ ਸਮਾਨ ਦਰਿਦਰੀ ਹੈ। ਇਹ ਰਾਜਾ ਜਿਸ ਦੇ ਮਨ 'ਚ ਬਹੁਤ ਹੀ ਭਾਰੀ ਤ੍ਰਿਸ਼ਨਾ ਹੈ ਨਾ, ਇਹ ਚਾਹਨਾ ਹੈ, ਉਹ ਵੀ ਦਰਿਦਰੀ ਤੇਰੇ ਵਾਸੀ ਆ। ਇਹ ਰਾਜਾ ਨਾ ਕੀ ਕਹਿੰਦੇ, ਜਿਸ ਦੇ ਮਨ 'ਚ ਆਰਸੇ ਕਰਕੇ ਬੜੀ ਇੱਛਾ ਚਾਹਨਾ ਤ੍ਰਿਸ਼ਨਾ ਸਿੱਧੀਆਂ ਦੀ, ਜਗਤ ਦੇ ਵਿੱਚ ਪ੍ਰਸੰਨ ਕਰਕੇ ਵਡਿਆਈ ਦੀ, ਭਾਵੇਂ ਕੀ ਕਹਿੰਦੇ ਉਹ ਨੰਗਾ ਜਲ ਧਾਰਾ ਆਦਿ ਧੂਣੀਆਂ ਦੇ ਸਹਿਤ ਵੀ ਭਾਵੇਂ ਕਿਉਂ ਨਾ ਹੋਵੇ, ਫਿਰ ਵੀ ਕਹਿੰਦੇ ਤੇਰੇ ਸਮਾਨ ਦਰਿਦਰੀ ਆ। ਉਹ ਵੀ ਕੋਈ ਦਰਿਦਰੀ ਜਿਹੜਾ ਹੈ ਉਹ ਸਤੋ ਗੁਣੀ ਤਮੋ ਗੁਣੀ, ਠੀਕ ਹੈ। ਸੋ ਪੇ ਦਰਿਦਰੀ ਤੁਮ ਵਤ ਨਰਪਤ, ਰਾਜਾ ਤੇਰੇ ਵਰਗੀ ਉਹ ਵੀ ਦਰਿਦਰੀ ਆ। ਹਾਂਜੀ, ਜੇ ਉਹ ਜਿਹਾ ਸੋਚਦਾ ਵੀ ਭਾਵ ਜੇ ਕੋਈ ਪੁਰਸ਼ ਚੱਲ ਤੂੰ ਤੇ ਰਾਜਾ, ਜੇ ਕੋਈ ਨੰਗਾ ਰਹਿ ਕੇ ਜਲ ਧਾਰਾਂ ਧੂਣੀਆਂ ਆਦਿ ਦਿਖਾ ਕੇ ਤਪ ਸਾਧਨਾ ਕਰੇ ਸਿੱਧੀਆਂ ਦੇ ਵਾਸਤੇ, ਫਿਰ ਜਗਤ ਵਿੱਚ ਆਪਣੀ ਵਡਿਆਈ ਦੀ ਪ੍ਰਸੰਨਤਾ ਕਰਕੇ, ਕਹਿੰਦੇ ਉਹ ਫਿਰ ਤੇਰੇ ਸਮਾਨ ਹੀ ਦਰਿਦਰੀ ਆ। ਉਹ ਮਤਲਬ ਉਹ ਤੇਰੇ ਸਮਾਨ ਹੀ ਹੈ ਦਰਿਦਰੀ, ਉਹ ਕੋਈ ਵੱਖਰਾ ਦਰਿਦਰੀ ਨਹੀਂ ਹੈ, ਤੇਰੇ ਸਮਾਨ ਹੀ ਜਿਹੋ ਜਿਹਾ ਤੂੰ ਹੈ। ਕਿਉਂਕਿ ਚਾਹਨਾ ਉਹਦੇ ਵਿੱਚ ਵੀ ਵਡਿਆਈ ਦੀ ਸਿੱਧੀਆਂ ਦੀ, ਤੇ ਤੇਰੇ ਵਿੱਚ ਵੀ ਚਾਹਨਾ ਹੈ। ਤੁਛ ਸਦੁਖ ਵਿਨਾਸੀ ਸੰਪਤ, ਜੋ ਤੁਛ ਜਿਨੀ ਸੰਪਦਾ, ਸਦੁਖ ਸੰਪਤਾ ਸੰਪਦਾ, ਤੁਛ ਜਿਨੀ ਸੰਪਦਾ, ਸਦੁਖ ਬਾਦ ਦੁੱਖਾਂ ਦੇ ਸਹਿਤ, ਵਿਨਾਸੀ ਕਈ ਵਿਸ਼ੇਸ਼ ਕਰਕੇ ਨਾਸ਼ ਹੋ ਜਾਣ ਵਾਲੀ ਹੈ, ਜਾਂ ਵੀ ਜੋ ਤੁਛ ਜਿਨੀ ਸੰਪਦਾ ਦੁੱਖਾਂ ਦੇ ਸਹਿਤ ਹੈ ਤੇ ਨਾਸ਼ ਹੋ ਜਾਣ ਵਾਲੀ ਆ। ਪਾਏ ਬਿਰਥਾ ਨਿਰਪਤਮ ਵਤ ਗਰਬਤ, ਹੇ ਰਾਜਨ ਉਸ ਨੂੰ ਪ੍ਰਾਪਤ ਕਰਕੇ ਵਿਅਰਥੀ ਹੰਕਾਰ ਕਿਉਂ ਕਰਦੇ ਹੈ। ਜੋ ਤੋਚਿਆ ਸੰਪਦਾ ਦੁੱਖਾਂ ਦੀ ਸਹਿਤ ਹੈ ਅਤੇ ਨਾਸ਼ ਹੋ ਜਾਣ ਵਾਲੀ ਹੈ। ਪਾਏ ਬਿਰਥਾ ਨਿਰਭ, ਇਹ ਰਾਜਾ ਉਹ ਬਿਰਥ ਵਿਅਰਥੀ ਪਾ ਕੇ ਨਾ ਇਹੋ ਜਿਹੀ ਤੁਮ ਵਾ ਤੇਰੇ ਵਾਂਗ ਗਰਬਤ ਕੀ ਹੈ, ਹੰਕਾਰ ਕਰ ਗਏ ਜਿੱਦਾਂ ਤੂੰ ਹੰਕਾਰ ਕਰਨ ਡਿਆ ਹੈ। ਤੇ ਇਸ ਨੂੰ ਪਾ ਕਰ ਤੁਮ ਕਤ, ਇੱਥੇ ਤੁਮ ਵਤ ਪਾਠ ਗਲਤ ਹੈ, ਤੁਮ ਕਤ ਪਾਠ ਸਹੀ ਹੈ। ਪਾਏ ਬਿਰਥਾ ਨਿਰਭ ਤੁਮ ਕਤ ਗਰਬਤ, ਤੂੰ ਕਿਉਂ ਰਾਜਾ ਵਿਅਰਥੀ ਗਰਬਤ ਹੰਕਾਰ ਕਰਦਾ ਹੈ, ਉਹਦਾ ਕੋਈ ਫਾਇਦਾ ਨਹੀਂ ਆ। ਜਦੋਂ ਵੇਖ ਇਹ ਜਿਹੜੀ ਤੋਸ਼ਿਆ ਸੰਪਦਾ ਨਾਸ਼ ਹੋ ਜਾਣ ਵਾਲੀ ਆ ਹੈ, ਤੇ ਉਹਨੂੰ ਪਾ ਕੇ ਤੂੰ ਕਿਉਂ ਨੇ ਵਿਅਰਥੀ ਹੰਕਾਰ ਕਰਦਾ। ਇਹ ਕਿਸੇ ਦੀ ਹੋਈ ਮਾਇਆ, ਮਾਇਆ ਕਰਮ ਹੋਏ ਮਾਇਆ ਕਿਸੇ ਨਾਲ ਸਾਥ। ਹਾਂਜੀ, ਫਿਰ ਮਾਇਆ ਦੇ ਇੱਕ ਪ੍ਰਮਾਣ ਥੋੜ੍ਹੀ ਆ, ਮਾਇਆ ਨੂੰ ਪਾ ਕੇ ਕੀ ਮਾਣ ਕਰਨਾ, ਕੋਈ ਫਾਇਦਾ ਨਹੀਂ ਰਾਜਾ। ਦੋਹਰਾ ਮੌਨ ਧਰੋ ਨਿਜ ਭਉਨ ਕੋ, ਕਰੋ ਗੌਨ ਭੂਪਾਲ। ਜਦੋਂ ਇਹ ਬਚਨ ਕਹੇ ਨਾ ਇਹੋ ਜਿਹੇ ਉੱਪਰਲੇ, ਤੇ ਇਹਨਾਂ ਬਚਨਾਂ ਨੂੰ ਸੁਣ ਕੇ ਰਾਜਾ ਭਰਤਰੀ ਜੀ ਦੇ ਨੂੰ ਅੱਗੋਂ ਬੇਨਤੀ ਪੂਰਬ ਕਹਿਣ ਲੱਗਾ, ਮੇਰੇ ਉੱਪਰ ਕਿਰਪਾ ਕਰੋ, ਜੋ ਮੇਰੇ ਕਰਤੱਵ ਆ, ਜੋ ਮੈਨੂੰ ਕਰਨਾ ਚਾਹੀਦਾ ਉਹ ਵੀ ਮੈਨੂੰ ਕਹੋ, ਮੈਨੂੰ ਭਾਵ ਉਪਦੇਸ਼ ਕਰੋ, ਮੈਨੂੰ ਸਿੱਖਿਆ ਦਓ। ਇਸ ਤਰ੍ਹਾਂ ਤਰਲੇ ਕੱਢਣ ਲੱਗਾ, ਬੇਨਤੀਆਂ ਕਰਨ ਲੱਗਾ। ਤੇ ਫਿਰ ਰਾਜਾ ਭਰਤਰੀ ਜੀ ਨੇ ਕਿਹਾ, ਮੌਨ ਧਰੋ ਨਿਜ ਭਉਨ ਕੋ, ਹੇ ਰਾਜਾ ਮੌਨ ਧਰੋ, ਮੌਨ ਧਾਰਨ ਕਰੋ ਅਤੇ ਨਿਜ ਭਉਨ ਕੋ, ਨਿਜ ਕਈ ਆਪਣੇ ਭਉਨ ਕੋ ਕਈ ਘਰ ਨੂੰ ਗੌਨ ਕਰੋ। ਭੂਪਾਲ, ਭੂਪਾਲ ਭਾਵ ਧਰਤੀ ਦੇ ਪਾਲ, ਭਾਵ ਰਾਜਾ ਗੌਨ ਕਰੋ, ਗਮਨ ਕਰੋ, ਅਰਥਾਤ ਚੁੱਪ ਕਰਕੇ ਘਰ ਤੋਂ ਚਲੇ ਜਾਓ। ਕਿਉਂਕਿ ਤ੍ਰਿਸ਼ਨਾ ਚਿੱਤ ਵਿਸਾਰ ਜਿਹ ਕਹੀਏ, ਜਿਸ ਦੇ ਚਿੱਤ ਵਿੱਚ ਵਿਸਾਰ ਬਹੁਤ ਸਾਰੀ ਤ੍ਰਿਸ਼ਨਾ ਹੈ, ਵਹੀ ਪਰਮ ਕੰਗਾਲ, ਵਹੀ ਕਈ ਉਹੀ ਪਰਮ ਮਹਾਨ ਵੱਡਾ ਕੰਗਾਲੀ ਪੁਰਸ਼ ਹੈ। ਕਿਉਂਕਿ ਤ੍ਰਿਸ਼ਨਾ ਲੱਗੀ, ਇੰਨਾ ਕਰੋੜਾਂ ਰੁਪਈਆ ਇਕੱਠਾ ਕਰਕੇ ਜੇ ਹੋਰ ਖਿੱਚਣ ਦੀ ਕੋਸ਼ਿਸ਼ ਕਰ ਲਿਆ ਤਾਂ ਕੰਗਾਲ ਹੀ ਹੈ ਨਾ। ਕੰਗਾਲ ਦਾ ਕੰਮ ਹੁੰਦਾ ਵੀ ਮੈਨੂੰ ਮਿਲ ਜੇ ਕੁਝ, ਤੇ ਜਿਹਦੇ ਅੰਦਰ ਤ੍ਰਿਸ਼ਨਾ ਲੱਗੀ ਆ ਉਹ ਅਮੀਰ ਹੁੰਦਾ ਹੋਇਆ ਵੀ, ਤੇਰੇ ਵਾਂਗੂ ਰਾਜਾ ਹੁੰਦਾ ਹੋਇਆ ਵੀ ਕੰਗਾਲ ਹੀ ਹੈ, ਕੋਈ ਫਾਇਦਾ ਨਹੀਂ ਉਹਦਾ। ਦੋਹਰਾ ਜਿਉਂ ਰਵ ਮਾਸ ਨਿਸ਼ਾਂਤ ਮੈਂ, ਰਾਵ ਨਾਮ ਹੁੰਦਾ 12 ਦਾ ਹੈ, ਕਿਉਂਕਿ ਸੂਰਜ ਦੇ ਮਹੀਨੇ ਆ, ਰਵ ਮਾਸ, ਰਾਵ ਦਾ ਅਰਥ ਲਾਉਣਾ 12, ਸਿੱਧਾ ਰਾਵ ਦੀ ਸੂਰਜ 12 ਹੁੰਦੇ ਨੇ, ਇਸ ਕਰਕੇ 12 ਅਰਥ ਲਾਉਣਾ ਮਾਸ ਨਾਮ ਮਹੀਨਿਆਂ ਦਾ। ਜਿਉਂ ਕਹੀਏ ਜਿਵੇਂ 12 ਮਹੀਨਿਆਂ ਵਿੱਚ ਹੀ
पिछली रात दे विच निशांत निस नाम रात का अंत नाम अंत का रात के अंत विच पिछली रात जिवें 12 महीनों विच ही पिछली रात के समय विच शांत अवस्थ उत्पन्न रात के समय विच जरूर ही शांति पैदा हो जाती है। पिछले रात ना जागे जिवें दड़ो मोयो है पिछले रात भाव 3 बजे 2:30 बजे करीब ते 12 महीने गुरु साहब का हुक्म है अमृत वेला सच नाम वड्याई विचार असीं घर वांझे हैं। कहते जिवें 12 महीनों के 12 महीनों के रात के अंत पा पिछली रात में शांति वक्ष जरूर उत्पन्न होती है क्यों निरप और धर भरत इवें कहते श्री भरत जी की बाणी में हिरदे विच धारण करके उन्होंने जो कहा भी चला जा तो फिर वो चला गया उन्होंने इन्ना कुछ उपदेश किया भी वही वड्डा कंगाल आ जिहदे चित्त विच तृष्णा है तो वो सुन के बेचारा फिर चला गया सी। ते राजा भरतरी जी ने उपदेश किया सी कि तू मन के संकल्पों को रोक करके ते मैं मेरी दूर कर ते बाणी करके किसी के चित्त नूं ना दिखा अते शरीर करके भी शांत हो बहुते विषयां करके कोई तृप्त नहीं अज तक होया है बिना ज्ञान तो ये तेनू जिहड़ा मौन धारनी मैं कहा है हे राजा जिन्हां दे मन विच तृष्णा वही अतिशय करके गालिया तो फिर वो बेचारा कहते भी मन चला गया ज्यों रब मास निशांत शांत मैं अवश ज्यों रब मास निशांत मैं शांत अवश उत्पन्न तो चला गया तो कहते जिमें 12 महीनों में पिछली रात में शांति उत्पन्न पैदा होती है ना क्यों निरप और धर भरत इवें कहते राजा हिरदे विच धार के भरतरी जी ने रव पयो ज्ञान सुपन्न भरत रव के विश्राम लाना त्यों निरप और धर भरत रव नाम बाणी का जां बचन का जां विशेष का कहते तिवें राजे भरतरी जी की हिरदे विच वो राजा जिहड़ी रव की बाणी नूं धारण करके पयो ज्ञान सुपन्न ते ज्ञान के संपन्न हो गया ज्ञान संपूर्ण हो गया ज्ञानी बन गया ते बड़ा वो खुशी खुशी जिहड़ा वो चला गया सी ते उसने भरतरी के बचनों को बड़ा ध्यान दे के रखा मन विच हिरदे विसाले ते भयो ज्ञान संपन्न ज्ञान संपन्न हो गया सी। दो राजन मानो उपदेश जिहड़े कीते ते उन्होंने राजा ने फल पाया। सो अज इसे समाप्ति करते हैं विदेश धार करने का इन्ना फल क्योंकि भरतरी जोगी ने आत्म स्वरूप की प्राप्ता की सी तां करके भरतरी जी के बचन भी काम दे सन ते राजा भी निहाल हो गया सी। सानू उपदेश आ अज इसे समाप्ति करिए ज्यों रब मास ने शांत मैं शांत वश उत्पन्न त्यों निरपोर धर भरत रव गए भयो ज्ञान संपन्न। वाहिगुरू जी का खालसा वाहिगुरू जी की फतेह।